कि जे कोई शख्स जे कोई सियासी लीडर या जे कोई होर नेता धार्मिक लीडर जे कोई नफरती भाषण दिंदा तो वो खिलाफ केस दर्ज किया जाए। सुप्रीम कोर्ट ने कहा कि भारत एक धर्मनिरपक्ष देश है, सैकुलर मुल्क है और इहो ਜਿਹੇ भाषण देश ਦੇ ਵਿੱਚ अस्थिरता पैदा करते हैं, अमन शांति ਨੂੰ भंग करते हैं और लोगों ਦੇ ਵਿੱਚ ਪਾੜਾ लड़की पहलवान इन्वॉल्व ने बहुत सीरियस मसला वा। ये सरकार इन्होंने इंसाफ क्यों नहीं दे सकी, क्यों इन्होंने सुप्रीम कोर्ट का दरवाज़ा खटखटाना पिया। उस पर्सन खिडारन जे अपनी इंसाफ वास्ते सड़कों पर उतरना पवे, बहुत शर्म की गल है। सुप्रीम कोर्ट जिम्मे आप सीबीआई कहते हैं भी ये पिछले का टोटा है, तो मेरे ख्याल में जी साड़ी न्यायपालिका भी कई जरा मोम का नक कहते जिधर मर्जी मोड़ लो। धर्म के नाम से वरतना चोणों के हटता नहीं। इसका मतलब है कितने कितने जी साड़ी हैगी सुप्रीम कोर्ट की ग्रिप नहीं पूरी आप भी जो फैसले देने वो पोलीटिकल प्रभाव है। जिन्ना चर ये नहीं हटता उन्ना चर मेरे ख्याल भावें सरकार पहुंची नहीं सरकार मेरे ख्याल सरकारों के करते जो नहीं करती इस गल ਜਿਹੜੀ ਰੂਲਿੰਗ ਪਾਰਟੀ ਹੈ ਨਾ, ਜਿਹੜਾ ਇਹਦੇ ਨਾਲ ਕੋਈ ਸੰਸਦ ਦੇ ਕੋਈ ਜਾਂ ਐਮਐਲਏ ਨੇ ਜਾਂ ਕੋਈ ਮੰਤਰੀ ਨੇ ਉਹ ਕਾਨੂੰਨ ਨੂੰ ਠੰਡਾ ਵਿਖਾਉਂਦੇ ਨੇ। ਸੰਧੂ ਸਾਹਿਬ ਜਿਹੜੇ ਇਹ ਇੰਸਟੀਚਿਊਟ ਨੇ ਨਾ ਇਹ ਕੇਂਦਰ ਦੇ ਅੰਡਰ ਆਉਂਦੇ ਨੇਗੇ ਤੇ ਕਾਰਵਾਈ ਕਿਹਨਾਂ ਨੇ ਕਰਨੀ ਆ, ਇਹਨਾਂ ਨੇ। ਜਿਵੇਂ ਕੇਂਦਰ ਕਹੂਗਾ ਉਵੇਂ ਇਹ ਕਾਰਵਾਈ ਕਰਨਗੇ। ਸੰਧੂ ਸਾਹਿਬ ਸਾਡੇ ਦੇਸ਼ ਦੇ ਵਿੱਚ ਜਿਹੜਾ ਕਾਨੂੰਨ ਹੈ ਨਾ ਇਹ ਨੇਤਾਵਾਂ ਤੇ ਅਫਸਰਾਂ ਲਈ ਹੋ ਰਿਹਾ, ਆਮ ਲੋਕਾਂ ਲਈ ਹੋ ਰਿਹਾ। ਆਮ ਲੋਕ ਲਈ ਜੇ ਹੁੰਦੀ ਉਹਦੇ ਖਿਲਾਫ ਕੋਈ ਕੇਸ ਹੁੰਦਾ, ਕਿਸੇ ਨੇ ਸ਼ਿਕਾਇਤ ਵੀ ਕੀਤੀ ਹੁੰਦੀ ਨਾ, ਉਹਨੂੰ ਤਾਂ ਛੱਡੋ, ਉਹਦੇ ਪਰਿਵਾਰ ਦੇ ਬੱਚਿਆਂ ਤੱਕ ਨੂੰ ਚੱਕ ਲਿਆਉਂਦੇ ਨੇ ਥਾਣਿਆਂ ਦੇ ਵਿੱਚ। ਦੂਜੇ ਪਾਸੇ ਕਿਸੇ ਨੇਤਾ ਦੇ ਉਹ ਕਤਲ ਵੀ ਕਰਦੇ ਨੇ, ਉਹਨਾਂ ਨੂੰ ਪੁੱਛਦਾ ਕੋਈ ਨਹੀਂ ਗਾ ਜੀ। ਹੁਣ ਇਹ ਰਾਮ ਰਹੀਮ ਨੂੰ ਕਿੰਨਾ ਚਿਰ ਕਿੰਨਾ ਉਹਨਾਂ ਲੋਕਾਂ ਨੇ ਕਿਵੇਂ ਸਜ਼ਾ ਦਵਾਈਆਂ, ਉਹ ਰਾਮ ਨਾਲ ਫੇਰ 2 ਮਹੀਨੇ ਬਾਅਦ ਫੇਰ ਅੱਜ ਮਹੀਨੇ ਬਾਅਦ ਫੇਰ ਆ ਜਾਂਦਾ ਬਾਹਰ। ਹੁਣ ਇਹ ਉੱਥੇ ਬੈਠੇ ਨੇ ਖਿਡਾਰੀ ਵਿਚਾਰੇ ਉਹ ਕਰ ਰਹੇ ਨੇ ਪ੍ਰੋਟੈਸਟ, FRI ਨਹੀਂ ਹੁੰਦੀ, ਹੁਣ FIR ਹੋ ਗਈ ਹੈ ਤਾਂ ਉੱਥੇ ਕੋਈ ਕਾਰਵਾਈ ਕੋਈ ਨਹੀਂ ਹੋਣੀ। ਇਹਨਾਂ ਨੇਤਾਵਾਂ ਦੇ ਖਿਲਾਫ ਕੁਛ ਨਹੀਂ ਹੋਣਾ ਜੀ। ਇਹ ਸਾਰਾ ਕੁਛ ਇਹਨਾਂ ਨੇ ਆਪਣਾ ਜਿਵੇਂ ਚਾਹੁੰਦੇ ਨੇ ਨੇਤਾ ਉਸੇ ਤਰ੍ਹਾਂ ਹੁੰਦਾ। नमस्कार, अस्सलामुअलैकुम, सत श्री अकाल। मैं हाँ कमर संधू। इस वे नॉर्थ अमेरिका है शुक्रवार की शाम, भारत च शनिवार की सवेर, नानकशाही संमत 555 विसाख की 16 तरीक है और तुसी देख रहे जे तुहाडा अपना शो हैलो ग्लोबल पंजाब। ये शो ग्लोबल पंजाब TV ते चैनल पंजाबी ते रोज़ वांगू लाइव टैलीकास्ट है। ग्लोबल पंजाब TV के फेसबुक पेज के उपर भी लाइव है और इनू मेरे निजी फेसबुक पेज उपर भी तुसी देख सकते जे। OTT प्लेटफॉर्म Jio TV ਤੇ ਡੇਲੀ ਹੰਟ ਉੱਪਰ ਵੀ ਇਹ ਸ਼ੋ ਜਿਹੜਾ ਵਾ ਟੈਲੀਕਾਸਟ ਹੁੰਦਾ ਵਾ, ਉੱਥੇ ਵੀ ਤੁਸੀਂ ਇਸ ਨੂੰ ਦੇਖ ਸਕਦੇ ਜੇ। ਇਹ ਕਾਲ ਇਨ ਸ਼ੋ ਹੈ, ਇਹਦੇ ਤੁਸੀਂ ਕਾਲ ਵੀ ਕਰ ਸਕਦੇ ਜੇ ਔਰ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਟਿੱਪਣੀ ਵੀ ਕਰ ਸਕਦੇ ਜੇ। ਔਰ ਜੇ ਅੱਜ ਦੇ ਵਿਸ਼ਾ ਨਾਲ ਸੰਬੰਧਿਤ ਹੋਣਗੀਆਂ ਤੇ ਕੁਝ ਟਿੱਪਣੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਵੀ ਕਰੂੰਗਾ, ਕੁਝ ਨੂੰ ਅਸੀਂ ਸਕਰੀਨ ਤੇ ਡਿਸਪਲੇ ਵੀ ਕਰਾਂਗੇ। ਕੱਲ ਸੁਪਰੀਮ ਕੋਰਟ ਨੂੰ ਲੈ ਕੇ 2 ਬਹੁਤ ਅਹਿਮ ਘਟਨਾਵਾਂ ਵਾਪਰੀਆਂ। ਸੁਪਰੀਮ ਕੋਰਟ ਨੇ ਸਟੇਟਾਂ ਨੂੰ ਤੇ ਕੇਂਦਰ ਪ੍ਰਸ਼ਾਸਿਤ ਰਾਜਾਂ ਨੂੰ, ਯੂਨੀਅਨ ਟੈਰੀਟਰੀਜ਼ ਨੂੰ ਹਦਾਇਤਾਂ ਦਿੱਤੀਆਂ ਕਿ ਜੇ ਕੋਈ ਸ਼ਖਸ ਜੇ ਕੋਈ ਸਿਆਸੀ ਲੀਡਰ ਜਾਂ ਜੇ ਕੋਈ ਹੋਰ ਨੇਤਾ ਧਾਰਮਿਕ ਲੀਡਰ ਜੇ ਕੋਈ ਨਫ਼ਰਤੀ ਭਾਸ਼ਣ ਦਿੰਦਾ ਵਾ ਤੇ ਉਹਦੇ ਖਿਲਾਫ ਕੇਸ ਦਰਜ ਕੀਤਾ ਜਾਵੇ। ਸ਼ਿਕਾਇਤ ਹੋਵੇ ਜਾਂ ਨਾ ਹੋਵੇ, ਸਟੇਟ ਦੀ ਜ਼ਿੰਮੇਵਾਰੀ ਆ ਕਿ ਉਹ ਉਸ ਖਿਲਾਫ ਨਫ਼ਰਤੀ ਭਾਸ਼ਣ ਦੇਣ ਵਾਸਤੇ ਉਹਦੇ ਖਿਲਾਫ ਕੇਸ ਦਰਜ ਕੀਤਾ ਜਾਵੇ। ਸੁਪਰੀਮ ਕੋਰਟ ਨੇ ਕਿਹਾ ਕਿ ਭਾਰਤ ਇੱਕ ਧਰਮਨਿਰਪੱਖ ਦੇਸ਼ ਹੈ, ਸੈਕੂਲਰ ਮੁਲਕ ਆ और ਇਹੋ ਜਿਹੇ ਭਾਸ਼ਣ ਦੇਸ਼ ਦੇ ਵਿੱਚ ਅਸਥਿਰਤਾ ਪੈਦਾ ਕਰਦੇ ਆ, ਅਮਨ ਸ਼ਾਂਤੀ ਨੂੰ ਭੰਗ ਕਰਦੇ ਆ ਔਰ ਲੋਕਾਂ ਦੇ ਵਿੱਚ ਪਾੜਾ ਪਾਉਂਦੇ ਆ। ਇੱਕ ਤੇ ਇਹ ਵੱਡੀ ਡਿਵੈਲਪਮੈਂਟ ਸੀ ਜਿਸ ਉੱਪਰ ਸੁਪਰੀਮ ਕੋਰਟ ਨੂੰ ਦਖਲ ਦੇਣਾ ਪਿਆ। ਇਸੇ ਤਰ੍ਹਾਂ ਕੁਸ਼ਤੀ ਸੰਘ ਦੇ ਮੁਖੀ ਨੂੰ ਲੈ ਕੇ
ਬਹੁਤ ਸਾਰੇ ਪਹਿਲਵਾਨ ਜਿਨ੍ਹਾਂ 'ਚ ਮਹਿਲਾ ਪਹਿਲਵਾਨ ਵੀ ਸ਼ਾਮਲ ਨੇ, ਉਹ ਕਈ ਦਿਨਾਂ ਤੋਂ ਧਰਨਾ ਦੇ ਰਹੇ ਨੇ ਦਿੱਲੀ ਦੇ ਜੰਤਰ ਮੰਤਰ ਦੇ ਵਿੱਚ ਔਰ ਮੰਗ ਕਰ ਰਹੇ ਆ ਕਿ ਜਿਹੜਾ ਕੁਸ਼ਤੀ ਸੰਘ ਦਾ ਮੁਖੀ ਆ ਬ੍ਰਿਜ ਭੂਸ਼ਣ ਸ਼ਰਨ ਸਿੰਘ ਉਹਦੇ ਖਿਲਾਫ ਕੇਸ ਦਰਜ ਕੀਤਾ ਜਾਏ, ਕਿਉਂਕਿ ਉਸਨੇ ਜਿਹੜੀ ਲੜਕੀ ਪਹਿਲਵਾਨਾਂ ਵਾ ਉਹਨਾਂ ਨਾਲ ਜਿਨਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ। ਔਰ ਇਹ ਮਹੀਨਾ ਪਹਿਲੋਂ ਵੀ ਇਹਨਾਂ ਨੇ ਇਹ ਧਰਨਾ ਦਿੱਤਾ ਸੀ, ਆਸ਼ਵਾਸਨ ਦਿੱਤਾ ਗਿਆ, ਧਰਨਾ ਉਹਨਾਂ ਚੁੱਕ ਲਿਆ। ਹੁਣ ਦੁਬਾਰਾ ਤੋਂ ਉਹ ਧਰਨੇ ਤੇ ਬੈਠੇ ਨੇ ਔਰ ਉਹ FIR ਦੀ ਮੰਗ ਕਰ ਰਹੇ ਨੇ। ਇਹ ਮਸਲਾ ਵੀ ਸੁਪਰੀਮ ਕੋਰਟ ਤੱਕ ਪਹੁੰਚਿਆ। ਸੁਪਰੀਮ ਕੋਰਟ ਦੇ ਵਿੱਚ ਦਿੱਲੀ ਪੁਲਿਸ ਨੂੰ ਇਹ ਕਹਿਣਾ ਪਿਆ ਕਿ ਅਸੀਂ FIR ਦਰਜ ਕਰਾਂਗੇ ਔਰ ਦੇਰ ਰਾਤ ਕੱਲ FIR ਦਰਜ ਹੋਈਆਂ ਵੀ। ਇਹਨਾਂ ਪਹਿਲਵਾਨਾਂ ਨੂੰ ਲੜਕੀ ਪਹਿਲਵਾਨ ਇਹਦੇ 'ਚ ਇਨਵੋਲਡ ਨੇ, ਬਹੁਤ ਸੀਰੀਅਸ ਮਸਲਾ ਵਾ। ਇਹਦੇ ਤੇ ਸਰਕਾਰ ਇਹਨਾਂ ਨੂੰ ਇਨਸਾਫ ਕਿਉਂ ਨਹੀਂ ਦੇ ਸਕੀ, ਕਿਉਂ ਇਹਨਾਂ ਨੂੰ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਖਟਾਉਣਾ ਪਿਆ। ਹੋਰ ਵੀ ਬਹੁਤ ਸਾਰੇ ਮਸਲੇ ਦੁਬਾਰਾ ਸੁਪਰੀਮ ਕੋਰਟ ਤੱਕ ਪਹੁੰਚਦੇ ਆ। ਸਮਲਿੰਗੀ ਵਿਆਹ ਦਾ ਮਸਲਾ, ਸੇਮ ਸੈਕਸ ਮੈਰਿਜ ਦਾ ਮਸਲਾ, ਉਹਦੇ ਉੱਪਰ ਵੀ ਸਰਕਾਰ ਕੋਈ ਫੈਸਲਾ ਨਹੀਂ ਕਰ ਸਕੀ। ਉਹ ਮਸਲਾ ਵੀ ਇਸ ਵੇਲੇ ਸੁਪਰੀਮ ਕੋਰਟ ਦੇ ਵਿਚਾਰਾਧੀਨ ਹੈ। ਕੀ ਸਾਡੀਆਂ ਬਾਕੀ ਸੰਸਥਾਵਾਂ ਜਿਹੜੀਆਂ ਵਾ ਉਹ ਫੇਲ ਹੋ ਚੁੱਕੀਆਂ ਵਾ ਕਿ ਇਹੋ ਜਿਹੇ ਮਸਲੇ, ਭਾਵੇਂ ਉਹ ਜਿਨਸੀ ਸ਼ੋਸ਼ਣ ਦਾ ਮਸਲਾ ਹੋਵੇ, ਹੇਟ ਸਪੀਚ ਦਾ ਮਸਲਾ ਹੋਵੇ, ਨਫ਼ਰਤੀ ਭਾਸ਼ਣ ਦਾ ਮਸਲਾ ਹੋਵੇ, ਕਿ ਸੁਪਰੀਮ ਕੋਰਟ ਨੂੰ ਦਖਲ ਦੇਣਾ ਪੈਂਦਾ ਵਾ। ਕਈ ਵਾਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਕੇ ਵੀ ਲੋਕਾਂ ਨੂੰ ਸੁਪਰੀਮ ਕੋਰਟ ਦਾ ਦਰਵਾਜ਼ਾ ਜਿਹੜਾ ਵਾ ਉਹ ਖਟਖਟਾਉਣਾ ਪੈਂਦਾ ਵਾ। ਸਾਡਾ ਬਾਕੀ ਸਿਸਟਮ ਕਿਉਂ ਨਹੀਂ ਇਹਨਾਂ ਚੀਜ਼ਾਂ ਦਾ ਨੋਟਿਸ ਲੈਂਦਾ। ਜਿਹੜੇ ਲੜਕੀਆਂ ਜਿਹੜੀਆਂ ਪਹਿਲਵਾਨ ਲੜਕੀਆਂ ਜਿਹੜੀਆਂ ਕਈ ਦਿਨਾਂ ਤੋਂ ਧਰਨੇ 'ਤੇ ਬੈਠੀਆਂ ਨੇ, ਉਹਨਾਂ ਦੇ ਕੁਝ ਹੋਰ ਸਪੋਰਟਸਮੈਨ ਵੀ ਉਹਨਾਂ ਦੀ ਮਦਦ ਦੇ ਵਿੱਚ ਆ ਗਏ ਨੇ। ਉਹਨਾਂ ਦਾ ਕੇਸ ਜਿਹੜਾ ਵਾ ਬਹੁਤ ਮੰਦਭਾਗਾ ਕੇਸ ਆ, ਕਿਉਂਕਿ ਕਿਸੇ ਵੀ ਲੜਕੀ ਨੂੰ, ਸਪੋਰਟਸ ਪਰਸਨ ਨੂੰ, ਖਿਡਾਰਨ ਨੂੰ ਜੇ ਆਪਣੇ ਇਨਸਾਫ ਵਾਸਤੇ ਸੜਕਾਂ 'ਤੇ ਉਤਰਨਾ ਪਵੇ ਤੇ ਬਹੁਤ ਸ਼ਰਮ ਦੀ ਗੱਲ ਹੈ। ਓਲੰਪੀਅਨ ਨੀਰਜ ਚੋਪੜਾ ਔਰ ਬਹੁਤ ਸਾਰੇ ਹੋਰ ਸਾਰੇ ਸਾਡੇ ਜਿਹੜੇ ਖਿਡਾਰੀ ਸਾਥੀ, ਸਾਨੀਆ ਮਿਰਜ਼ਾ, ਨਵਜੋਤ ਸਿੰਘ ਸਿੱਧੂ ਔਰ ਹੋਰ ਬਹੁਤ ਸਾਰੇ ਜਿਹੜੇ ਖਿਡਾਰੀ ਸਾਥੀ, ਹਰਭਜਨ ਸਿੰਘ ਵਗੈਰਾ, ਇਹਨਾਂ ਨੇ ਇਹ ਖਿਡਾਰਨਾਂ ਦੀ ਮਦਦ ਦੇ ਵਿੱਚ ਇਹ ਉਤਰੇ ਨੇ। ਹੇਟ ਸਪੀਚ ਨੂੰ ਲੈ ਕੇ ਭਾਜਪਾ ਦੇ ਉੱਪਰ ਇਲਜ਼ਾਮ ਲੱਗਦਾ ਵਾ ਕਿ ਉਹ ਪੱਖਪਾਤ ਕਰਦੇ ਨੇ। ਬਹੁਤ ਸਾਲ ਪਹਿਲਾਂ 2007 ਜਾਂ 8 ਦੇ ਵਿੱਚ ਗੋਰਖਪੁਰ ਦੰਗਿਆਂ ਕਰਕੇ ਯੋਗੀ ਆਦਿੱਤਿਆਨਾਥ ਜਿਹੜੇ ਇਸ ਵੇਲੇ ਮੁੱਖ ਮੰਤਰੀ ਨੇ ਯੂਪੀ ਦੇ, ਉਹਨਾਂ ਦੇ ਉੱਤੇ ਵੀ ਇਲਜ਼ਾਮ ਲੱਗਾ ਸੀ। ਸੁਪਰੀਮ ਕੋਰਟ ਨੇ ਕੁਝ ਸਾਲ ਪਹਿਲਾਂ ਪੁੱਛਿਆ ਸੀ ਕਿ ਯੋਗੀ ਆਦਿੱਤਿਆਨਾਥ ਦੇ ਉੱਤੇ ਕੇਸ ਰਜਿਸਟਰ ਕਿਉਂ ਨਹੀਂ ਹੋਇਆ। ਸੋ ਭਾਜਪਾ ਦੇ ਉੱਤੇ ਲਗਾਤਾਰ ਇਹ ਇਲਜ਼ਾਮ ਲੱਗਦਾ ਵਾ ਕਿ ਉਹ ਪੱਖਪਾਤੀ ਨੇ। ਪਿਛਲੇ ਸਾਲ ਭਾਜਪਾ ਦੀ ਸਪੋਕਸਪਰਸਨ ਨੂਪੁਰ ਸ਼ਰਮਾ ਨੇ ਪ੍ਰੋਫਿਟ ਮੁਹੰਮਦ ਔਰ ਇਸਲਾਮ ਦੇ ਖਿਲਾਫ ਟਿੱਪਣੀ ਕੀਤੀ। ਪਹਿਲਾਂ ਕੋਈ ਕਾਰਵਾਈ ਨਹੀਂ ਹੋਈ, ਲੇਕਿਨ ਮੁਸਲਿਮ ਦੇਸ਼ਾਂ ਨੇ ਇਹਦੇ ਉੱਪਰ, ਉਹਨਾਂ ਦੇ ਵਿੱਚ ਬਵਾਲ ਖੜਾ ਹੋ ਗਿਆ। ਭਾਰਤ ਨੂੰ ਉਹਨਾਂ ਨੇ ਬੁਲਾ ਪਰਾਕਿਆ ਔਰ ਫਿਰ ਉਸ ਤੋਂ ਬਾਅਦ ਨੂਪੁਰ ਸ਼ਰਮਾ ਨੂੰ ਉਸ ਅਹੁਦੇ ਤੋਂ ਹਟਾਉਣਾ ਪਿਆ। ਨਵੀਨ ਕੁਮਾਰ ਜਿੰਦਲ ਜਿਹੜੇ ਦਿੱਲੀ ਦੇ ਭਾਜਪਾ ਦੇ ਮੀਡੀਆ ਇੰਚਾਰਜ ਸਨ, ਉਹਨਾਂ ਨੂੰ ਵੀ ਉਹਨਾਂ ਦੇ ਅਹੁਦੇ ਤੋਂ ਹਟਾਉਣਾ ਪਿਆ, ਉਹਨਾਂ ਨੂੰ ਵੀ ਸਸਪੈਂਡ ਕਰਨਾ ਪਿਆ। ਹੋਰ ਵੀ ਬਹੁਤ ਸਾਰੇ ਸਿਆਸੀ ਲੀਡਰ ਨੇ ਜਿਨ੍ਹਾਂ ਉੱਪਰ ਹੇਟ ਸਪੀਚਸ ਦਾ ਇਲਜ਼ਾਮ ਲੱਗਦਾ ਵਾ। ਆਜ਼ਮ ਖਾਨ ਸਮਾਜਵਾਦੀ ਪਾਰਟੀ ਦੇ ਨੇਤਾ ਨੇ, ਉਹਨਾਂ ਨੂੰ ਜੇਲ੍ਹ ਵੀ ਹੋਈ ਸੀ 3 ਸਾਲ ਦੀ ਇਸ ਮਸਲੇ ਨੂੰ ਲੈ ਕੇ। ਕੇਰਲਾ ਦਾ ਇੱਕ ਪਿਛਲੇ ਸਾਲ ਹੀ ਕੇਰਲਾ 'ਚ ਮੈਂ ਵੇਖ ਰਿਹਾ ਸੀ ਕਿ ਕੇਰਲਾ ਦਾ ਇੱਕ ਕੈਥੋਲਿਕ ਲੀਡਰ, ਕ੍ਰਿਸਚੀਅਨ ਲੀਡਰ, ਉਹ ਵੀ ਇਸਲਾਮ ਦੇ ਖਿਲਾਫ ਗੱਲ ਕਰ ਰਿਹਾ ਸੀ। ਉਹਨੂੰ ਵੀ ਉਹਦੇ ਖਿਲਾਫ ਵੀ ਕੇਸ ਹੋਇਆ, ਉਹਨੂੰ ਗ੍ਰਿਫਤਾਰ ਕੀਤਾ ਗਿਆ, ਫਿਰ ਉਹਦੀ ਬਾਅਦ ਦੇ ਵਿੱਚ ਬੇਲ ਹੋਈ। ਪੰਜਾਬ ਦੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਨਫ਼ਰਤੀ ਭਾਸ਼ਣ ਦੇਣ ਦਾ ਇਲਜ਼ਾਮ ਆ, ਉਹਦੇ ਖਿਲਾਫ ਵੀ 153A ਔਰ 153A IPC ਦੇ ਤਹਿਤ ਉਹਦੇ ਖਿਲਾਫ ਕੇਸ ਰਜਿਸਟਰ ਹੋਇਆ ਵਾ ਕਿ ਉਹ ਕਮਿਊਨਲ ਡਿਸਹਾਰਮਨੀ ਪੈਦਾ ਕਰ ਰਿਹਾ। ਹੋਰ ਵੀ ਬਹੁਤ ਸਾਰੇ ਇਹੋ ਜਿਹੇ ਮਸਲੇ ਚੱਲਦੇ ਰਹਿੰਦੇ ਨੇ, ਲੇਕਿਨ ਭਾਜਪਾ ਦੇ ਉੱਤੇ ਇਲਜ਼ਾਮ ਆ ਪੱਖਪਾਤੀ ਦਾ। ਕੀ ਇਹ ਇਲਜ਼ਾਮ ਸਹੀ ਆ? ਬੇਸਿਕ ਇਸ਼ੂ ਆ ਕਿ ਭਾਵੇਂ ਉਹ ਪਹਿਲਵਾਨਾਂ ਦਾ ਇਸ਼ੂ ਹੋਵੇ, ਭਾਵੇਂ ਨਫ਼ਰਤੀ ਭਾਸ਼ਣ ਦਾ ਇਸ਼ੂ ਹੋਵੇ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਇਸ਼ੂ ਹੋਵੇ, ਸਮਲਿੰਗੀ ਵਿਆਹ ਦਾ ਇਸ਼ੂ ਹੋਵੇ, ਕੀ ਸੁਪਰੀਮ ਕੋਰਟ ਹੀ ਇਸ ਮੁਲਕ ਨੂੰ ਚਲਾਵੇਗਾ? ਕੀ ਸੁਪਰੀਮ ਕੋਰਟ ਦਾ ਦੁਬਾਰਾ ਦਖਲ ਦੇਣੀ ਸਹੀ ਆ ਜਾਂ ਫਿਰ ਇਹ ਜੁਡੀਸ਼ੀਅਲ ਐਕਟਿਵਿਜ਼ਮ ਹੈ? ਬਹੁਤ ਸਾਰੇ ਮਸਲੇ ਨੇ ਜਿਨ੍ਹਾਂ ਉੱਪਰ ਮੈਂ ਅੱਜ ਗੱਲਬਾਤ ਤੁਹਾਡੇ ਨਾਲ ਕਰੂੰਗਾ ਔਰ ਮੈਂ ਚਾਹੂੰਗਾ ਕਿ ਤੁਸੀਂ ਆਪਣੇ ਵਿਚਾਰ ਵੀ ਸਾਂਝੇ ਕਰੋ। ਜੇ ਕੋਈ ਨਵੇਂ ਸੱਜਣ ਸਾਡੇ ਨਾਲ ਜੁੜ ਜਾਣ ਤੇ ਬਹੁਤ ਮੈਨੂੰ ਖੁਸ਼ੀ ਹੋਵੇਗੀ, ਕਿਉਂਕਿ ਕਈ ਵਾਰ ਇਲਜ਼ਾਮ ਲੱਗਦਾ ਕਿ ਸਾਡੇ ਸੇਮ ਕਾਲਰ ਦੁਬਾਰਾ ਕਾਲ ਕਰਦੇ ਆ, ਪਰ ਸੇਮ ਕਾਲਰ ਜਿਹੜੇ ਨੇ ਉਹ ਵੀ ਸਾਡੇ ਇਸ ਪ੍ਰੋਗਰਾਮ ਦਾ ਬਹੁਤ ਅਹਿਮ ਹਿੱਸਾ ਨੇ। ਉਹਨਾਂ ਕਰਕੇ ਇਹ ਪ੍ਰੋਗਰਾਮ ਜਿਹੜਾ ਵਾ ਇਹਦੇ 'ਚ ਸਟੈਬਿਲਿਟੀ ਹਮੇਸ਼ਾ ਆਈ ਰਹਿੰਦੀ ਹੈ। ਸੁਪਰੀਮ ਕੋਰਟ ਦੇ ਵਿੱਚ ਕਈ ਵਾਰ ਬਹੁਤ ਅਹਿਮ ਫੈਸਲੇ ਵੀ ਆਉਂਦੇ ਆ। 1973 ਦੇ ਵਿੱਚ ਕੇਸ਼ਵਾਨੰਦ ਭਾਰਤੀ ਕੇਸ ਦੇ ਵਿੱਚ ਬਹੁਤ ਇੰਪੋਰਟੈਂਟ ਇਸ਼ੂ ਸੀ।
ਕੀ ਪਾਰਲੀਮੈਂਟ ਕੋਲ ਸੁਪਰੀਮ ਪਾਵਰ ਆ, ਓਵਰਵੈਲਮਿੰਗ ਪਾਵਰ ਆ, ਜੋ ਮਰਜ਼ੀ ਕਰ ਸਕਦੇ ਆ, ਅਨਲਿਮਿਟਿਡ ਪਾਵਰ ਆ। ਲੇਕਿਨ ਸੁਪਰੀਮ ਕੋਰਟ ਨੇ ਉਦੋਂ ਕਿਹਾ ਕਿ ਅਨਲਿਮਿਟਿਡ ਪਾਵਰ ਨਹੀਂ। ਜਿਹੜਾ ਬੇਸਿਕ ਸਟਰਕਚਰ ਆ ਕਿ ਅਸੀਂ ਇੱਕ ਸੈਕੂਲਰ ਮੁਲਕ ਆ, ਧਰਮ ਨਿਰਪੱਖ ਮੁਲਕ ਆ, ਸੋਸ਼ਲਿਸਟ ਮੁਲਕ ਆ, ਡੈਮੋਕ੍ਰੈਟਿਕ ਮੁਲਕ ਆ, ਇਸ ਚੀਜ਼ ਨੂੰ ਪਾਰਲੀਮੈਂਟ ਵੀ ਇਹਦੇ ਨਾਲ ਛੇੜਛਾੜ ਨਹੀਂ ਕਰ ਸਕਦੀ। ਸੋ ਬੇਸਿਕ ਸਟਰਕਚਰ ਜਿਹੜਾ ਵਾ ਉਹਦੇ ਨਾਲ ਉਹਦੇ 'ਚ ਕੋਈ ਸੋਧ ਨਹੀਂ ਹੋ ਸਕਦੀ। ਸੋ ਸੁਪਰੀਮ ਕੋਰਟ ਕੋਲ ਬੇਹੱਦ ਤਾਕਤਾਂ ਨੇ। ਸੁਪਰੀਮ ਕੋਰਟ ਕਦੀ ਕਦੀ ਦਖਲ ਦਿੰਦਾ ਵਾ, ਲੇਕਿਨ ਹੁਣ ਸੁਪਰੀਮ ਕੋਰਟ ਦੀ ਦਖਲਅੰਦਾਜ਼ੀ ਹੋਰ ਵੀ ਵੱਧ ਗਈ ਆ, ਕਿਉਂਕਿ ਹਰ ਵਰਗ ਜਿਹੜਾ ਵਾ ਉਹ ਸੁਪਰੀਮ ਕੋਰਟ ਦਾ ਦਰਵਾਜ਼ਾ ਹੀ ਖਟਖਟਾਉਂਦਾ ਵਾ। ਕੀ ਪਹਿਲਵਾਨਾਂ ਨੂੰ ਇਨਸਾਫ ਨਹੀਂ ਸੀ ਮਿਲਣਾ ਚਾਹੀਦਾ? ਕੀ ਉਹਨਾਂ ਨੂੰ ਲੋੜ ਪੈਣੀ ਚਾਹੀਦੀ ਸੀ ਕਿ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਖਟਾਉਂਦੇ? ਹੇਟ ਸਪੀਚਸ ਵਾਸਤੇ ਸਰਕਾਰਾਂ ਨੂੰ ਆਪਣੇ ਆਪ ਨਹੀਂ ਕਾਰਵਾਈ ਕਰਨੀ ਚਾਹੀਦੀ? ਦੇਖਦੇ ਹਾਂ ਸਾਡੇ ਪਹਿਲੇ ਕਾਲਰ ਇਸ ਮਸਲੇ ਉੱਪਰ ਕੀ ਕਹਿਣਾ ਚਾਹੁੰਦੇ ਆ। ਹੈਲੋ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਸ਼ੇਰ ਸਿੰਘ ਜੀ। ਹਾਂਜੀ ਸਰ ਸੇਮ ਕਲਰ ਕਹਿ ਕੇ ਥੋੜਾ ਜਿਹਾ ਜਲੀਲ ਜਿਹਾ ਹੀ ਕਰਦੇ ਆ ਵੀ ਚਲੋ ਨਵੇਂ ਕਲਰ ਲਾ ਲੈਣ। ਕਾਲ ਪਤਾ ਨਹੀਂ ਲਾਉਂਦੇ ਨਹੀਂ, ਲੱਗ ਜਾਣੀ। ਜੇ ਸਾਡੀ ਲੱਗਦੀ ਉਹਨਾਂ ਦੀ ਲੱਗ ਸਕਦੀ ਹੈ। ਬਿਲਕੁਲ ਠੀਕ, ਸਮਝ ਨਹੀਂ ਲੱਗਦੀ। ਬਿਲਕੁਲ ਠੀਕ, ਬਿਲਕੁਲ ਠੀਕ ਹੈ। ਹਾਂਜੀ ਚਲੋ ਤੁਸੀਂ ਆਪਣੀ ਗੱਲ ਤੁਸੀਂ ਜੁੜਿਆ ਕਰੋ, ਤੁਸੀਂ ਆਪਣੀ ਗੱਲ ਕਿਆ ਕਰੋ, ਤੁਸੀਂ ਬਹੁਤ ਇੰਪੋਰਟੈਂਟ ਜੇ ਸਾਡੇ ਸਾਰਿਆਂ ਵਾਸਤੇ। ਹਾਂਜੀ ਚਲੋ ਸੰਧੂ ਸਾਹਿਬ ਠੀਕ ਹੈ, ਥੈਂਕ ਯੂ। ਤੇ ਸੰਧੂ ਸਾਹਿਬ ਮੈਂ ਤਾਂ ਇਹ ਕਹੂੰਗਾ, ਦੇਖੋ ਜਿਹੜਾ ਸੁਪਰੀਮ ਕੋਰਟ ਦਾ ਨਾ ਮਤਲਬ ਆਪਾਂ ਸੁਣਦੇ ਆਉਂਦੇ ਸੀ ਵੀ ਸੁਪਰੀਮ ਕੋਰਟ ਦੇ ਜੱਜਾਂ ਦੀ ਤਨਖਾਹ ਜਦੋਂ ਆਪਾਂ ਪੜ੍ਹਦੇ ਸੀ ਇਹ ਲਿਖਿਆ ਜਾਂਦਾ ਵੀ ਇਹਨਾਂ ਦੀ ਪੂਰੀ ਤਨਖਾਹ ਹੋਣੀ ਚਾਹੀਦੀ, ਕਿਉਂਕਿ ਬੇਈਮਾਨੀ ਨਾ ਕਰਨ ਤੇ ਆਪਦਾ ਸਹੀ ਫੈਸਲਾ ਕਰਨ। ਪਰ ਦੇਖਿਆ ਵੀ ਜਾਵੇ, ਪਰ ਫਿਰ ਵੀ ਦੇਖੋ ਸੁਪਰੀਮ ਕੋਰਟ ਜਿਵੇਂ ਆਪਾਂ CBI ਨੂੰ ਕਹਿੰਦੇ ਨੇ ਵੀ ਇਹ ਪਿੰਜਰੇ ਦਾ ਤੋਤਾ ਹੈ, ਤੇ ਮੇਰੇ ਖਿਆਲ ਜਿਹੜੀ ਸਾਡੀ ਨਿਆਂਪਾਲਿਕਾ ਵੀ ਕਈ ਵਾਰ ਮੋਮ ਦਾ ਇਹਨੂੰ ਨੱਕ ਕਹਿ ਦਿਓ, ਜਿੱਧਰ ਨੂੰ ਮਰਜ਼ੀ ਮੋੜ ਲਓ, ਇਹਦੀ ਕੋਈ ਸ਼ੱਕ ਨਹੀਂ ਹੈਗਾ। ਵੀ ਹੁਣ ਤੁਸੀਂ ਆ ਰੈਸਲਰ ਕੁੜੀਆਂ ਦਾ ਲੈ ਲਓ, ਵੀ ਦੂਜਿਆਂ ਨੇ ਜਿਵੇਂ ਸਿੱਧੂ ਹੋਣਾ ਨੇ ਜਾਂ ਪ੍ਰਗਟ ਹੋਣਾ ਨੇ ਉਹਦੀ ਹਿਮਾਇਤ ਕੀਤੀ, ਔਰ PT ਊਸ਼ਾ ਦਾ ਬਿਆਨ ਦੇਖੋ, ਇੱਕ ਖਿਡਾਰ ਨੂੰ ਹੋ ਕੇ ਵੀ ਬਿਆਨ ਉਲਟ ਦੇਗੀ ਉਹ, ਬਿਲਕੁਲ ਮੰਦਭਾਗਾ ਬਿਆਨ ਹੈ ਮੈਂ ਕਹੂੰਗਾ। ਤੇ ਪਰ ਜੇ ਆਪਾਂ ਦੇਖੀਏ ਨਾ ਸੰਧੂ ਸਾਹਿਬ ਵੀ ਸੁਪਰੀਮ ਕੋਰਟ ਹੈ ਬਈ ਇਹ ਬਾਰ-ਬਾਰ ਇਹਨਾਂ ਦਾ ਅਸਰ ਪੈਂਦਾ ਹੀ ਪੈਂਦਾ ਹੈ। ਜਦੋਂ ਜੱਜਾਂ ਨੂੰ ਅਸੀਂ ਜੋ ਇਹ ਰਿਟਾਇਰ ਹੋ ਜਾਂਦੇ ਇਹਨਾਂ ਨੂੰ ਗਵਰਨਰ ਲਾਉਂਦੇ ਆ, ਸੋ ਇਹਦੇ ਚ ਪੋਲੀਟੀਕਲ ਪ੍ਰਭਾਵ ਨਹੀਂ ਜਾਂਦਾ। ਕਾਨੂੰਨ ਮੇਰੇ ਖਿਆਲ ਸਾਰੇ ਹੀ ਇੱਕੋ ਜਿਹੇ ਆ ਦੇਸ਼ਾਂ ਦੇ, ਬਈ ਕਾਨੂੰਨ ਤਾਂ ਇਹੀ ਕਹਿੰਦਾ ਵੀ ਸਖਤੀ ਨਾਲ ਲਾਗੂ ਕਰੋ, ਪਰ ਸਾਡੇ ਹੋ ਨਹੀਂ ਰਿਹਾ। ਕਿੰਨੇ ਵਾਰੀ ਫਟਕਾਰ ਪੈਂਦੀ ਆ ਸੰਧੂ ਸਾਹਿਬ, ਸਮਾਜਿਕ ਤੌਰ ਤੇ ਵੀ ਜਿਵੇਂ ਤੁਸੀਂ ਕਿਹਾ ਕ੍ਰੀਤੀਆਂ ਜਾਂ ਕਿਸੇ ਨੂੰ ਮੰਦਾ ਚੰਗਾ ਬੋਲਣਾ, ਈਵਨ ਧਰਮ ਨੂੰ ਦੇ ਨਾਂ ਤੇ ਵਰਤਣਾ ਚੋਣਾਂ ਦੇ ਵਿੱਚ, ਉਹ ਹਟਦਾ ਹੈ ਨਹੀਂਗਾ। ਇਹਦਾ ਮਤਲਬ ਹੈ ਕਿਤੇ ਨਾ ਕਿਤੇ ਜਿਹੜੀ ਸਾਡੀ ਹੈਗੀ ਆ ਸੁਪਰੀਮ ਕੋਰਟ ਦੀ ਗ੍ਰਿਪ ਨਹੀਂ ਪੂਰੀ ਆਪਦੇ ਤੇ, ਵੀ ਜਿਹੜੇ ਫੈਸਲੇ ਦੇਣੇ ਆ ਉਹਦੇ ਚ ਪੋਲੀਟੀਕਲ ਪ੍ਰਭਾਵ ਹੈਗਾ। ਜਿੰਨਾ ਚਿਰ ਇਹ ਨਹੀਂ ਹਟਦਾ ਉਹਨਾਂ ਚਿਰ ਮੇਰੇ ਖਿਆਲ ਭਾਵੇਂ ਫਟਕਾਰਾ ਪਾਉਂਦੀ ਰਹੂ ਸਰਕਾਰ ਨੂੰ, ਮੇਰੇ ਖਿਆਲ ਸਰਕਾਰਾਂ ਦੇ ਕੰਨ ਤੇ ਜੂੰ ਨਹੀਂ ਸਰਕਦੀ ਇਸ ਗੱਲ ਦੀ। ਵੀ ਹੁਣ ਕਿੰਨੇ ਵਾਰੀ ਕਹਿੰਦੇ ਤੁਸੀਂ ਇਹ ਧਰਮ ਦਾ ਜਾਂ ਆਹ ਗੱਲਾਂ ਨਹੀਂ ਕਰਨੀਆਂ, ਪਰ ਫੇਰ ਹੋਈ ਜਾਂਦੀਆਂ। ਵੀ ਇਹਦਾ ਸਾਡੇ ਈਵਨ ਸਾਡੇ ਸਿਆਸੀ ਬੰਦੇ ਕਿੰਨੇ ਫਿਰਕੂ ਬਿਆਨ ਦਿੰਦੇ ਆ। ਚਲੋ ਦੂਜਿਆਂ ਨੂੰ ਤਾਂ ਛੱਡੋ, ਸਿਆਸੀ ਬੰਦੇ ਨਹੀਂ ਜਦੋਂ ਹਟਦੇ ਇਹੋ ਜਿਹੇ ਫਿਰਕੂ ਬਿਆਨ ਦੇਣੋਂ। ਸੋ ਇਹ ਮੰਦਭਾਗਾ ਮੈਂ ਕਹੂੰਗਾ। ਸੁਪਰੀਮ ਕੋਰਟ ਨੂੰ ਜ਼ਰੂਰ ਯਾਦ ਹੋਣਾ ਚਾਹੀਦਾ, ਪੋਲੀਟੀਕਲ ਲੋਕਾਂ ਨੂੰ ਸਮਝਣਾ ਚਾਹੀਦਾ ਜੇ ਇਹਨਾਂ ਨੇ ਦੇਸ਼ ਚਲਾਉਣਾ। ਤੇ ਨਹੀਂ ਤਾਂ ਫਿਰ ਇਹੋ ਜਿਹਾ ਕੰਮ ਨਫ਼ਰਤ ਵਾਲਾ ਤੇ ਜੇ ਸ਼ੋਸ਼ਣ ਆ ਜਾਂ ਕਿਸੇ ਦਾ ਆਪਣਾ ਤੁਸੀਂ ਸੈਕਸ਼ੂਅਲ ਹਰਾਸਮੈਂਟ ਹੈ, ਇਹ ਮਾਮੂਲੀ ਗੱਲਾਂ ਹੈ, ਇਹ ਹੁੰਦੀਆਂ ਰਹਿਣਗੀਆਂ ਫਿਰ। ਤੇ ਜਦੋਂ ਸਾਡੇ ਕਈ ਵਾਰ ਤਾਂ ਇਹ ਵੀ ਇਹਨਾਂ ਨੂੰ ਜਾਇਜ਼ ਕਰਾਰ ਦੇ ਜਾਂਦੇ ਸਾਡੇ ਵੱਡੇ ਨੇਤਾ ਵੀ। ਸੋ ਮੈਂ ਕਹੂੰਗਾ ਮੰਦਭਾਗਾ, ਇਹਨਾਂ ਨੂੰ ਆਪਦੀ ਜਿਹੜਾ ਐਟੀਟਿਊਡ ਆ ਵਰਤੀ ਬਦਲਣੀ ਚਾਹੀਦੀ ਆ। ਜੇ ਇਹਨਾਂ ਨੇ ਸਿਸਟਮ ਜੇ ਬਦਲਣਾ ਤਾਂ ਕੁਛ ਸਿੱਖਣ ਦੀ ਲੋੜ ਆ ਬਾਹਰਲੇ ਦੇਸ਼ਾਂ ਤੋਂ, ਕਿਵੇਂ ਇੱਥੇ ਹੈਗਾ ਨਾਪਾਕ ਹੈਗਾ ਸਾਰਾ ਕੁਛ। ਇੰਨੇ ਕਹੂੰਗਾ। ਮਿਹਰਬਾਨੀ। ਸਰਕਾਰਾਂ ਨੂੰ ਆਪਣਾ ਐਟੀਟਿਊਡ ਬਦਲਣਾ ਪੈਣਾ ਵਾ, ਅਦਰਵਾਈਜ਼ ਸੁਪਰੀਮ ਕੋਰਟ ਨੂੰ ਦਖਲ ਦੇਣਾ ਹੀ ਪਵੇਗਾ। ਸੁਪਰੀਮ ਕੋਰਟ ਕਾਨੂੰਨ ਦੀ ਇੰਟਰਪ੍ਰੀਟੇਸ਼ਨ ਕਰਦਾ ਵਾ, ਕਾਨੂੰਨ ਨਹੀਂ ਬਣਾਉਂਦਾ। ਕਾਨੂੰਨ ਬਣਾਉਣਾ ਜਿਹੜਾ ਵਾ ਪਾਰਲੀਮੈਂਟ ਦਾ ਕੰਮ ਹੈ, ਲੇਕਿਨ ਸੁਪਰੀਮ ਕੋਰਟ ਨੂੰ ਦੁਬਾਰਾ ਦਖਲ ਦੇਣਾ ਪੈਂਦਾ, ਕਿਉਂਕਿ ਕਾਨੂੰਨ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਨਫ਼ਰਤੀ ਭਾਸ਼ਣਾਂ ਤੇ ਲਾਗੂ ਨਹੀਂ ਕੀਤਾ ਜਾ ਰਿਹਾ। ਜਿਨਸੀ ਸ਼ੋਸ਼ਣ ਜੋ ਹੁੰਦਾ ਵਾ ਉਹਦੇ ਤੇ ਪੁਖਤਾ ਕਾਰਵਾਈ ਨਹੀਂ ਹੁੰਦੀ। ਪ੍ਰਗਟ ਬਲ, ਜਸਵਿੰਦਰ ਚਾਹਲ, ਦਵਿੰਦਰ ਲੋਪੋਂ, ਲਾਲ ਸਿੰਘ ਬੁਢਲਾਡਾ ਔਰ ਇੰਦਰਜੀਤ ਸਿੰਘ ਉਮਰਪੁਰੀ ਸਾਡੇ ਨਾਲ ਜੁੜੇ ਨੇ। ਇੰਦਰਜੀਤ ਸਿੰਘ ਉਮਰਪੁਰੀ ਦਾ ਰੋਜ਼ ਵਾਂਗੂ ਬਹੁਤ ਅੱਛਾ ਕਮੈਂਟ ਆਇਆ ਕਿ ਅਜੋਕੇ ਸਮੇਂ ਮਾਨਯੋਗ ਅਦਾਲਤਾਂ ਹੀ ਦੇਸ਼ ਦੇ ਲੋਕਾਂ ਲਈ ਆਸ ਦੀ ਕਿਰਨ ਹਨ। ਦੇਸ਼ ਦਾ ਸ਼ਾਸਨ ਚਲਾ ਰਹੀ ਸਥਿਰ ਤੇ ਰਾਜਨੀਤਿਕ ਲੋਕ ਆਪਣੇ ਹੁਕਮਾਂ ਭਾਸ਼ਣਾਂ ਰਾਹੀਂ ਸੰਵਿਧਾਨ ਦੀਆਂ ਧੱਜੀਆਂ ਉਡਾ ਰਹੇ ਨੇ। ਨਫ਼ਰਤ ਦਾ ਮਾਹੌਲ ਸਿਰਜ ਕੇ ਦੇਸ਼ ਦੀ ਵਾਗਡੋਰ ਆਪਣੇ ਹੱਥਾਂ 'ਚ ਰੱਖਣ ਦੇ ਯਤਨ ਕੀਤੇ ਜਾ ਰਹੇ ਹਨ ਇਹਨਾਂ ਸਿਆਸੀ ਲੀਡਰਾਂ ਵੱਲੋਂ। ਸਟਰੋਂਗ ਕਮੈਂਟ ਹੈ ਇੰਦਰਜੀਤ ਸਿੰਘ ਉਮਰਪੁਰੀ ਦਾ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ। ਪਿਆਰਾ ਸਿੰਘ ਜੀ ਸਤਿ ਸ਼੍ਰੀ ਅਕਾਲ।
ਸੰਧੂ ਸਾਹਿਬ, ਜਿਸ ਤਰ੍ਹਾਂ ਕਿ ਹਰ ਗੱਲ ਦੀ ਖਾਤਰ ਕੋਰਟਾਂ ਦੇ ਵਿੱਚ ਜਾਣਾ ਪੈਂਦਾ ਆ, ਮੇਰੇ ਤਾਂ ਖਿਆਲ ਹੈ ਇਲੈਕਸ਼ਨ ਹੋਣੇ ਨਹੀਂ ਚਾਹੀਦੇ ਹੈਗੇ, ਕਿਉਂਕਿ ਜਿੰਨਾ ਇਲੈਕਸ਼ਨਾਂ ਦੇ ਖਰਚਾ ਹੋ ਰਿਹਾ, ਇਲੈਕਸ਼ਨਾਂ ਪਹਿਲਾਂ ਲੜਨ ਦੀ ਖਾਤਰ ਕਰਪਸ਼ਨ ਕਰਦੇ, ਫਿਰ ਕਰਪਸ਼ਨ ਕਰਦੇ ਆ, ਫਿਰ ਉਹ ਕੋਰਟਾਂ ਵਿੱਚ ਕੇਸ ਚੱਲਦੇ ਆ। ਮੇਰੇ ਖਿਆਲ ਹੈ ਇਹਨੂੰ ਇਲੈਕਸ਼ਨ ਸਿਸਟਮ ਬੰਦ ਹੀ ਕਰਨਾ ਚਾਹੀਦਾ, ਸਾਰਾ ਕੁਝ ਸੰਭਾਲ ਜੀ ਕੋਰਟਾਂ ਦੇਣਾ ਚਾਹੀਦਾ, ਖਾਸ ਕਰਕੇ ਜਿੱਦਾਂ ਦੇ ਇਸ ਵੇਲੇ ਸੁਪਰੀਮ ਕੋਰਟ ਦੇ ਜੱਜ ਚੰਦਰਚੂੜ, ਔਰ ਪਹਿਲਾਂ ਤਾਂ ਕੋਰਟਾਂ ਵੀ ਬਹੁਤਾ ਨਿਆਂ ਨਹੀਂ ਦਿੰਦੇ ਸੀਗੇ। ਧੰਨਵਾਦ ਜੀ। ਬਹੁਤ ਮਿਹਰਬਾਨੀ। ਸੁਪਰੀਮ ਕੋਰਟ ਦੇ ਵਿੱਚ ਲੋਕਾਂ ਨੂੰ ਆਸ ਆ, ਜਿਵੇਂ ਇੰਦਰਜੀਤ ਸਿੰਘ ਉਮਰਪੁਰੀ ਨੇ ਕਿਹਾ, ਇਹੋ ਹੀ ਗੱਲ ਪਿਆਰਾ ਸਿੰਘ ਨੇ ਕਹੀ ਆ। ਔਰ ਇਸ ਵੇਲੇ ਜਿਹੜੇ ਚੀਫ ਜਸਟਿਸ ਆ, ਚੀਫ ਜਸਟਿਸ ਚੰਦਰਚੂੜ, ਉਹਨਾਂ ਦੇ ਉੱਪਰ ਲੋਕਾਂ ਦਾ ਬਹੁਤ ਜ਼ਿਆਦਾ ਵਿਸ਼ਵਾਸ ਆ, ਜਿਸ ਤਰ੍ਹਾਂ ਉਹ ਮਸਲਿਆਂ ਦੇ ਵਿੱਚ ਦਖਲ ਦੇ ਕੇ ਮਸਲਿਆਂ ਦੇ ਉੱਪਰ ਫੈਸਲੇ ਸੁਣਾਉਂਦੇ ਨੇ। ਬਹੁਤ ਅਫਸੋਸ ਦੀ ਗੱਲ ਆ ਕਿ ਲੜਕੀਆਂ ਜਿਹੜੀਆਂ ਪਹਿਲਵਾਨ ਨੇ, ਲੜਕੀ ਪਹਿਲਵਾਨਾਂ ਨੂੰ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਖਟਾਉਣਾ ਪਿਆ। ਆਫਟਰ ਉਹਨਾਂ ਦੀ ਕੀ ਮੰਗ ਸੀ ਕਿ ਉਹਨਾਂ ਦੇ ਨਾਲ ਜਿਹੜਾ ਜਿਨਸੀ ਸ਼ੋਸ਼ਣ ਹੁੰਦਾ ਵਾ ਜਾਂ ਉਹਨਾਂ ਦੀ ਹਰੈਸਮੈਂਟ ਹੁੰਦੀ ਹੈ, ਸੈਕਸ਼ੂਅਲ ਹਰੈਸਮੈਂਟ ਹੁੰਦੀ ਆ, ਉਹਦੇ ਤੋਂ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ। ਕੁਸ਼ਤੀ ਸੰਘ ਦੇ ਮੁਖੀ ਦੇ ਖਿਲਾਫ FIR ਦਰਜ ਹੋਣ। ਜਦੋਂ ਉਹਨਾਂ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਖਟਾਇਆ, ਸੁਪਰੀਮ ਕੋਰਟ ਨੇ ਨੋਟਿਸ ਦਿੱਤਾ, ਤੇ ਫਿਰ ਦਿੱਲੀ ਪੁਲਿਸ ਨੇ ਕਿਹਾ, ਸਰਕਾਰ ਨੇ ਕਿਹਾ ਕਿ ਹਾਂ ਉਹਨਾਂ ਦੇ ਖਿਲਾਫ ਅਸੀਂ FIR ਦਰਜ ਕਰਾਂਗੇ। ਪਹਿਲਾਂ ਕਹਿੰਦੇ ਸੀ ਅਸੀਂ ਇਨਕੁਆਇਰੀ ਕਰਾਂਗੇ, ਵੀ ਪਿਛਲਾ ਇੱਕ ਮਹੀਨਾ ਹੋ ਗਿਆ ਇਨਕੁਆਇਰੀ ਹੁਣ ਤੱਕ ਕਿਉਂ ਨਹੀਂ ਕੀਤੀ। ਖੈਰ ਦੇਰ ਰਾਤ ਕੱਲ 2 FIR ਦਰਜ ਹੋਈਆਂ ਵਾ, ਕਿਉਂਕਿ ਜਿਨ੍ਹਾਂ ਨੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਾਏ ਨੇ, ਉਹਨਾਂ 'ਚ ਇੱਕ ਮਾਈਨਰ ਲੜਕੀ ਵੀ ਆ। ਕਿੰਨਾ ਅਫਸੋਸ ਦੀ ਗੱਲ ਕਿ ਮਾਈਨਰ ਲੜਕੀਆਂ ਨੂੰ ਵੀ ਅਸੀਂ ਨਹੀਂ ਛੱਡਦੇ, ਜਿਹੜੇ ਸਾਡੇ ਧੀ ਬਰਾਬਰ ਆ। ਵੈਸੇ ਤਾਂ ਕਿਸੇ ਨਾਲ ਵੀ ਜਿਨਸੀ ਸ਼ੋਸ਼ਣ ਕਰਨਾ ਇੱਕ ਮੰਦਭਾਗਾ ਰੁਝਾਨ ਆ, ਜਿਹਦੇ ਤੇ ਠੱਲ ਪਾਉਣ ਦੀ ਲੋੜ ਹੈ, ਤਕੜੇ ਹੱਥੀਂ ਤੇ ਠੱਲ ਪਾਉਣ ਦੀ ਲੋੜ ਹੈ। We'll take the next call. Hello. ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਗੁਰਫਤਿਹ ਜੀ। ਚਰਨ ਸਿੰਘ ਪ੍ਰੇਮਪੁਰਾ। ਹਾਂਜੀ ਪ੍ਰੇਮਪੁਰਾ ਜੀ, ਕਿਉਂ ਇਹ ਸਰਕਾਰਾਂ ਆਪਣੇ ਆਪ ਨਫ਼ਰਤੀ ਭਾਸ਼ਣਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਕਰਦੀਆਂ? ਕਿਉਂ ਸੁਪਰੀਮ ਕੋਰਟ ਨੂੰ ਇਹੋ ਜਿਹੀ ਹਦਾਇਤ ਦੇਣੀ ਪੈਂਦੀ ਹੈ? ਸਰ ਜੀ, ਜਿਹੜੀ ਰੂਲਿੰਗ ਪਾਰਟੀ ਹੈ ਨਾ, ਜਿਹੜਾ ਇਹਦੇ ਨਾਲ ਕੋਈ ਸੰਸਦ ਦੇ ਕੋਈ ਜਾਂ MLA ਵੇ ਜਾਂ ਕੋਈ ਮੰਤਰੀ ਹੈ, ਉਹ ਕਾਨੂੰਨ ਨੂੰ ਠਹਿੰਗਾ ਵਿਖਾਉਂਦੇ ਨੇ। ਸਾਰਾ ਵਿਗਾੜ ਹੀ ਜਿਹੜੇ ਜ਼ਿੰਮੇਵਾਰ ਬੰਦੇ ਨੇ, ਇਹਨਾਂ ਹੀ ਸਾਰੀ ਸਾਡੀ ਨਿਆਂ ਪ੍ਰਣਾਲੀ ਨੂੰ ਨਾ ਬਿਲਕੁਲ ਜਿਵੇਂ ਕਹਿੰਦੇ ਨੇ ਅਸਰ ਤੋਂ ਵਾਂਝਾ ਕੀਤਾ ਹੈ। ਨਾ ਪ੍ਰਣਾਲੀ ਦੀ ਵਜ੍ਹਾ ਨਾਲ ਹੀ ਲੋਕੀ ਹਥਿਆਰ ਚੁੱਕਦੇ ਨੇ, ਲੋਕੀ ਸੁਸਾਈਡ ਕਰਦੇ ਨੇ, 20 ਸਾਲ ਰੁਲ ਜਾਂਦੇ ਨੇ। ਔਰ ਆਮ ਰਹੀਮ ਨੂੰ 32 ਸਾਲਾਂ ਬਾਅਦ ਫੜਿਆ ਸੀ। ਕੌਣ ਇੰਨਾ ਵੇਟ ਕਰੇਗਾ ਹਿੰਦੁਸਤਾਨ ਦੇ ਵਿੱਚ? ਨਾ ਪ੍ਰਣਾਲੀ ਇਹਨਾਂ ਵਾਸਤੇ ਕੁਛ ਨਹੀਂ। ਜਿਹੜੇ ਰੂਲਿੰਗ ਪਾਰਟੀ ਵਾਲੇ ਨੇ, ਇਹਨਾਂ ਦੀ ਵਜ੍ਹਾ ਨਾਲ ਹੀ ਆ। ਜਿਹੜੇ ਕੱਲ ਫੌਜੀਆਂ ਨੂੰ ਉਹਨਾਂ ਮਾਓਵਾਦੀਆਂ ਨੇ ਕੀਤਾ, ਇਹ ਸੁਣਦੇ ਨਹੀਂ ਗੱਲ ਕਿਸੇ ਦੀ। ਜਿਹਦੇ ਅਸਰਾਜ ਆ ਜਾਂਦਾ ਨਾ, ਉਹ ਰਜਵਾੜਾ ਸ਼ਾਹੀ ਇਹਨਾਂ ਦੇ ਉਹ ਖੂਨ ਚ ਕੋਈ ਪੁਰਾਣਾ ਹਿਸਾਬ ਕਿਤਾਬ। ਡੈਮੋਕ੍ਰੇਸੀ ਵਾਲਾ ਤੇ ਇੱਕ ਕਿਤਾਬਾਂ ਚ ਹੀ ਏ। ਅਸੀਂ ਵੀ 40 ਸਾਲ ਤੋਂ ਵੇਖ ਰਹੇ ਹਾਂ। ਬਾਕੀ ਡੈਮੋਕ੍ਰੇਸੀ ਜਿਹੜੀ ਆ ਕਿਤਾਬਾਂ 'ਚ ਆ, ਇਹਨੂੰ ਅਸਲੀ ਸਹੀ ਰੂਪ ਦੇਣ ਦੀ ਲੋੜ ਆ। ਥੈਂਕ ਯੂ ਪ੍ਰੇਮਪੁਰਾ ਜੀ। ਦਿਲਜੀਤ ਸੰਧੂ, ਕ੍ਰਿਸ਼ਨ ਗੁਪਤਾ, ਪ੍ਰੀਤ ਕੰਵਲ, ਪਾਲੀ ਗਿੱਦਰਬਾਹ ਦੇ ਵੀ ਕਮੈਂਟ ਵੀ ਤੁਸੀਂ ਫੇਸਬੁੱਕ ਤੇ ਦੇਖ ਸਕਦੇ ਜੇ। ਪਾਲੀ ਗਿੱਦਰਬਾਹ ਦਾ ਕਮੈਂਟ ਹੈ, ਭਾਜਪਾ ਸਰਕਾਰ ਨੇ ਹਰ ਖੇਤਰ ਵਿੱਚ ਤਸੱਲੀ ਬਖਸ਼ ਗੰਦ ਘੋਲਿਆ। ਸੱਚੇ ਪਾਤਸ਼ਾਹ ਕਿਰਪਾ ਕਰਨ, ਇਹਨਾਂ ਤੋਂ ਖਹਿੜਾ ਛੁਡਾਉਣ ਤਾਂ ਕਿ ਸਾਡਾ ਪਿਆਰਾ ਮੁੱਖ ਸੁੱਖ ਦਾ ਸਾਹ ਲੈ ਸਕੇ। ਪਾਲੀ ਗਿੱਦਰਬਾਹ, ਇਹ ਤੁਹਾਡਾ ਵਿਚਾਰ ਆ। ਮੇਰੇ ਖਿਆਲ ਮੁਲਕ ਦੇ ਬਹੁਤ ਸਾਰੇ ਲੋਕੀ ਇਸੇ ਪਾਰਟੀ ਨੂੰ ਵੋਟਾਂ ਪਾਉਂਦੇ ਨੇ, ਇਹਨਾਂ ਨੂੰ ਸੱਤਾ 'ਚ ਲੈ ਕੇ ਆਉਂਦੇ ਨੇ। ਪਰ ਫਿਰ ਵੀ ਲੋਕਾਂ ਦਾ ਦਬਾਅ ਬਣਨਾ ਚਾਹੀਦਾ ਵਾ ਕਿ ਲੋਕਾਂ ਨੂੰ, ਜਿਹੜਾ ਪੀੜਿਤ ਲੋਕ ਨੇ, ਉਹਨਾਂ ਨੂੰ ਇਨਸਾਫ ਜ਼ਰੂਰ ਮਿਲੇ। ਪ੍ਰੀਤ ਕਮਲ ਦਾ ਖਿਆਲ ਹੈ ਕਿ ਡੈਮੋਕ੍ਰੇਸੀ ਦਾ ਸਿਰਫ ਨਾਂ ਹੀ ਆ। ਖੈਰ ਉਨੀ ਤਸੱਲੀ ਬਖਸ਼ ਡੈਮੋਕ੍ਰੇਸੀ ਤਾਂ ਨਹੀਂ ਪ੍ਰੀਤ ਕਮਲ ਜਿੰਨੀ ਹੋਣੀ ਚਾਹੀਦੀ ਹੈ, ਜਿੰਨੀ ਬਾਹਰਲੇ ਕਈ ਮੁਲਕਾਂ 'ਚ ਹੈ। ਲੇਕਿਨ ਫਿਰ ਵੀ ਜੇ ਗੁਆਂਢੀ ਮੁਲਕਾਂ ਵੱਲ ਵੇਖੀਏ ਤਾਂ ਆਪਣੀ ਡੈਮੋਕ੍ਰੇਸੀ ਫਿਰ ਵੀ ਉਹਦੇ 'ਤੇ ਸਾਨੂੰ ਉਹਨਾਂ ਦੇ ਹਿਸਾਬ ਦੇ ਨਾਲ ਆਪਣੀ ਬਹੁਤ ਵਧੀਆ ਵਾ, ਔਰ ਸਾਨੂੰ ਡੈਮੋਕ੍ਰੇਸੀ 'ਤੇ ਮਾਣ ਹੋਣਾ ਚਾਹੀਦਾ ਵਾ। ਪ੍ਰੀਤ ਕਮਲ ਦਾ ਇਹ ਵੀ ਵਿਚਾਰ ਹੈ ਕਿ ਭਾਜਪਾ ਕਿਸੇ ਦੀ ਜਵਾਬਦੇਹੀ ਨਹੀਂ, ਔਰ ਜਵਾਬਦੇਹੀ ਹੋਣਾ ਚਾਹੀਦਾ ਵਾ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਸੰਧੂ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਲਾਲ ਸਿੰਘ ਬੋਲਦਾ। ਹਾਂਜੀ ਲਾਲ ਸਿੰਘ ਜੀ। ਸੰਧੂ ਸਾਹਿਬ, ਜਿਹੜੇ ਇਹ ਇੰਸਟੀਚਿਊਟ ਨੇ ਨਾ, ਇਹ ਕੇਂਦਰ ਦੇ ਅੰਡਰ ਆਉਂਦੇ ਨੇਗੇ, ਤੇ ਕਾਰਵਾਈ ਕਿਹਨਾਂ ਨੇ ਕਰਨੀ ਆ? ਇਹਨਾਂ ਨੇ। ਜਿਵੇਂ ਕੇਂਦਰ ਕਹੂਗਾ ਉਵੇਂ ਇਹ ਕਾਰਵਾਈ ਕਰਨਗੇ। ਚਾਹੇ ਜਿਹੜਾ ਸਾਡਾ ਇੰਸਟੀਚਿਊਟ ਤੇ ਗ੍ਰਹਿ ਵਿਭਾਗ ਦਾ ਇਹ ਸਾਰਾ ਮਸਲਾ ਗਾ, ਉਹ ਇੰਨਾ ਢੀਠ ਹੋ ਚੁੱਕਿਆ ਜਿੰਨਾ ਹੱਦ ਤੋਂ ਵੱਧ ਕਹਿ ਲਓ। ਸੁਪਰੀਮ ਕੋਰਟ ਨੇ ਭਾਵੇਂ ਕਹਿਤਾ, ਪਰ ਕਾਰਵਾਈ ਨਹੀਂ ਹੋਣੀ। FIR ਹੋ ਗਈਆਂ, ਹੋ ਸਕਦਾ ਲੰਬਾ ਸਮਾਂ ਚਲਾਨ ਹੀ ਨਾ ਪੇਸ਼ ਹੋਵੇ ਇਹਨਾਂ ਦੇ ਖਿਲਾਫ। ਕੱਲੀ FIR ਨੂੰ ਕੀ ਕਰਾਂਗੇ?
ਇਹ ਜਿਹੜਾ ਸੁਪਰੀਮ ਕੋਰਟ ਨੇ ਜਿਹੜੀ ਸਾਰੀ ਮਸ਼ੀਨਰੀ ਆ ਨਾ ਉਹ ਸਟੇਟ ਨੇ ਚਲਾਉਣੀ ਹੈ ਜੀ, ਸੁਪਰੀਮ ਕੋਰਟ ਨੇ ਚਲਾਉਣੀ ਨਹੀਂ, ਉਹਨਾਂ ਦੇ ਆਰਡਰ ਪਾਸ ਕਰ ਦੇਣਾ। ਜਿਹੜਾ ਇਹ ਲੁੰਗ ਲਾਣਾ ਨਾ ਇਹ ਸਾਰਾ ਕੁਛ ਕੇਂਦਰ ਦੇ ਅਧੀਨ ਚੱਲਦਾ ਗਾ। ਉਹਨਾਂ ਨੇ ਸੁਪਰੀਮ ਕੋਰਟ ਨੇ ਕਹਿਤਾ ਲੰਬਾ ਸਮਾਂ ਇਹ ਲੰਕਦਾ ਰਹੂਗਾ। ਅਸਲੀ ਗੱਲ ਇਹ ਹੈ ਜੀ ਸੰਧੂ ਸਾਹਿਬ। ਮਿਹਰਬਾਨੀ। ਅਫਸੋਸ ਦੀ ਗੱਲ ਆ ਕਿ ਹਰ ਜਿਹੜੀ ਰੂਲਿੰਗ ਪਾਰਟੀ ਆ ਉਹ ਕਾਨੂੰਨ ਨੂੰ ਆਪਣੇ ਤਰੀਕੇ ਨਾਲ ਤੋੜਦੀ ਮਰੋੜਦੀ ਔਰ ਇੰਟਰਪ੍ਰੇਟ ਕਰਦੀ ਆ। ਵੈਸੇ ਤਾਂ ਸੰਵਿਧਾਨ ਬੜਾ ਕਲੀਅਰ ਆ। ਸੰਵਿਧਾਨ ਦੀ ਧਾਰਾ 25 ਕਹਿੰਦੀ ਆ ਕਿ ਧਰਮ ਜਿਹੜਾ ਵਾ ਸਾਰਿਆਂ ਵਾਸਤੇ ਬਰਾਬਰ ਆ ਔਰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਵਾ। ਇਸੇ ਤਰ੍ਹਾਂ 153A ਉਹ ਕਹਿੰਦੀ ਆ ਕਿ ਜੇ ਕੋਈ ਨਫ਼ਰਤੀ ਭਾਸ਼ਣ ਕਰਦਾ ਵਾ, ਜੇ ਕੋਈ ਅਸਥਿਰਤਾ ਪੈਦਾ ਕਰਦਾ ਉਹਦੇ ਖਿਲਾਫ ਕੇਸ ਹੋਵੇ। 295 IPC ਦੀ 295 ਧਾਰਾ ਵੀ ਇਹੋ ਹੀ ਕਹਿੰਦੀ ਆ। ਲੇਕਿਨ ਫਿਰ ਵੀ ਨਫ਼ਰਤੀ ਭਾਸ਼ਣ ਵੀ ਹੋ ਰਹੇ ਆ, ਅਸਥਿਰਤਾ ਵੀ ਫੈਲਾਈ ਜਾ ਰਹੀ ਆ, ਦੰਗੇ ਵੀ ਹੁੰਦੇ ਆ, ਫਿਰਕੂ ਦੰਗੇ ਵੀ ਹੁੰਦੇ ਆ। ਇਹ ਸ਼ਾਇਦ ਇਸ ਕਰਕੇ ਕਿ ਬਿਲਕੁਲ ਇੰਪਾਰਸ਼ੀਅਲ ਤਰੀਕੇ ਨਾਲ ਸਾਡੀਆਂ ਸਰਕਾਰਾਂ ਨਹੀਂ ਚੱਲਦੀਆਂ, ਕਾਨੂੰਨ ਮੁਤਾਬਕ ਸਾਰਿਆਂ ਦੇ ਖਿਲਾਫ ਕਾਰਵਾਈ ਨਹੀਂ ਕਰਦੀਆਂ। ਪ੍ਰੀਤ ਕਮਲ ਤੇ ਮਜੀਦ ਸੁਰਖਾਂ ਦੇ ਕਮੈਂਟ ਵੀ ਤੁਸੀਂ ਫੇਸਬੁੱਕ ਦੇ ਉੱਪਰ ਦੇਖ ਸਕਦੇ ਜੀ। ਵਿਲ ਟੇਕ ਦ ਨੈਕਸਟ ਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ। ਨਿਰਮਲ ਸਿੰਘ ਬੋਲ ਰਿਹਾ ਜੀ। ਹਾਂਜੀ ਨਿਰਮਲ ਸਿੰਘ ਜੀ, ਸਵਾਗਤ ਹੈ ਸ਼ੋਅ ਦੇ ਵਿੱਚ। ਤੁਹਾਨੂੰ ਕੀ ਲੱਗਦਾ ਵਾ ਵੀ ਕਿਉਂ ਇਨਸਾਫ ਦੀ ਗੁਹਾਰ ਲਾਉਂਦੇ ਲਾਉਂਦੇ ਸਾਨੂੰ ਸੁਪਰੀਮ ਕੋਰਟ ਤੱਕ ਹੀ ਪਹੁੰਚ ਕਰਨੀ ਪੈਂਦੀ ਹੈ? ਸੰਧੂ ਸਾਹਿਬ, ਸਾਡੇ ਦੇਸ਼ ਦੇ ਵਿੱਚ ਜਿਹੜਾ ਕਾਨੂੰਨ ਹੈ ਨਾ, ਇਹ ਨੇਤਾਵਾਂ ਤੇ ਅਫਸਰਾਂ ਲਈ ਹੋਰ ਹੈ, ਆਮ ਲੋਕਾਂ ਲਈ ਹੋਰ ਹੈ। ਉਹੀ ਕਾਨੂੰਨ ਕਿਸੇ ਆਮ ਲੋਕ ਲਈ ਜੇ ਹੁੰਦੀ, ਉਹਦੇ ਖਿਲਾਫ ਕੋਈ ਕੇਸ ਹੁੰਦਾ, ਕਿਸੇ ਨੇ ਸ਼ਿਕਾਇਤ ਵੀ ਕੀਤੀ ਹੁੰਦੀ ਨਾ, ਉਹਨੂੰ ਤਾਂ ਛੱਡੋ, ਉਹਦੇ ਪਰਿਵਾਰ ਦੇ ਬੱਚਿਆਂ ਤੱਕ ਨੂੰ ਚੱਕ ਲਿਆਉਂਦੇ ਨੇ ਥਾਣਿਆਂ ਦੇ ਵਿੱਚ। ਦੂਜੇ ਪਾਸੇ ਕਿਸੇ ਨੇਤਾ ਦੇ ਉਹ ਕਤਲ ਵੀ ਕਰ ਦੇਣ, ਉਹਨਾਂ ਨੂੰ ਪੁੱਛਦਾ ਕੋਈ ਨਹੀਂ ਗਾ ਜੀ। ਹੁਣ ਇਹ ਰਾਮ ਰਹੀਮ ਨੂੰ ਕਿੰਨਾ ਚਿਰ, ਕਿੰਨਾ ਉਹਨਾਂ ਲੋਕਾਂ ਨੇ ਕਿਵੇਂ ਸਜ਼ਾ ਦਵਾਈਆਂ, ਉਹ ਆਰਾਮ ਨਾਲ ਫੇਰ 2 ਮਹੀਨੇ ਬਾਅਦ ਫੇਰ ਆ ਜਾਂਦਾ, ਮਹੀਨੇ ਬਾਅਦ ਫੇਰ ਆ ਜਾਂਦਾ ਬਾਹਰ ਜੀ। ਹੁਣ ਇਹ ਉੱਥੇ ਬੈਠੇ ਨੇ ਖਿਡਾਰੀ ਵਿਚਾਰੇ, ਉਹ ਕਰ ਰਹੇ ਨੇ ਪ੍ਰੋਟੈਸਟ, FRI ਨਹੀਂ ਹੁੰਦੀ, ਹੁਣ FIR ਹੋ ਗਈ ਹੈ ਤਾਂ ਉੱਥੇ ਕਾਰਵਾਈ ਕੋਈ ਨਹੀਂ ਹੋਣੀ। ਇਹਨਾਂ ਨੇਤਾਵਾਂ ਦੇ ਖਿਲਾਫ ਕੁਛ ਨਹੀਂ ਹੋਣਾ ਜੀ। ਇਹ ਸਾਰਾ ਕੁਛ ਇਹਨਾਂ ਨੇ ਆਪਣਾ ਜਿਵੇਂ ਚਾਹੁੰਦੇ ਨੇ ਨੇਤਾ ਉਸੇ ਤਰ੍ਹਾਂ ਹੁੰਦਾ ਹੈ। ਸਾਰੇ ਉੱਥੇ ਹੁਣ ਮੈਕਸੀਮਮ ਜਿਹੜੇ ਹੈਗੇ ਨੇ ਕ੍ਰਿਮੀਨਲ ਲੋਕ ਬੈਠੇ ਨੇ ਜੀ ਰੂਲਿੰਗ ਪਾਰਟੀ ਦੇ ਵਿੱਚ, ਤੇ ਉਹਨਾਂ ਨੇ ਕੋਈ ਏਦਾਂ ਦਾ ਕਾਰਵਾਈ ਹੋਣੀ ਨਹੀਂ ਦੇਣੀ ਹੈਗੀ ਕਿਸੇ ਦੇ ਖਿਲਾਫ। ਮਿਹਰਬਾਨੀ। ਤੇ ਸਾਡੇ ਜਿਹੜੇ ਹੁਣ ਜਿਹੜੇ ਹੈਗੇ ਨੇ ਅਫਸਰ, ਜਿਹੜੇ ਵੱਡੇ ਨੇਤਾ ਨੇ, ਉਹ ਆਪ ਇਨਵੋਲਵ ਨੇ ਵਿੱਚ ਇਹਨਾਂ ਦੇ। ਮਿਹਰਬਾਨੀ, ਥੈਂਕ ਯੂ। ਸੋ ਹਾਂਜੀ ਹਾਂਜੀ, ਗੱਲ ਪੂਰੀ ਕਰ ਲਓ। ਬਸ ਸੌਰੀ ਜੀ, ਕੁਝ ਨਹੀਂ ਹੋ ਸਕਦਾ ਇੱਥੇ। ਮਿਹਰਬਾਨੀ ਮਿਹਰਬਾਨੀ ਮਿਹਰਬਾਨੀ। ਲੋਕੀ ਨਿਰਾਸ਼ ਹੋ ਰਹੇ ਕਹਿੰਦੇ ਆ ਵੀ ਹਥਿਆਰ ਚੱਕ ਲੈ ਜੀ, ਲੋਕੀ ਨਿਰਾਸ਼ ਹੋ ਰਹੇ, ਅੱਤਵਾਦੀ ਬਣਦੇ ਆ ਜੀ, ਲੋਕੀ ਨਿਰਾਸ਼ ਹੋ ਰਹੇ ਆ ਸਰਕਾਰਾਂ ਤੋਂ। ਮਿਹਰਬਾਨੀ ਜੀ, ਥੈਂਕ ਯੂ। ਅਸਲ ਦੇ ਵਿੱਚ ਵੈਸੇ ਤੇ ਅੱਜ ਕੱਲ੍ਹ ਲੋਕੀ ਭਾਜਪਾ ਨੂੰ ਬਲੇਮ ਕਰਦੇ ਆ ਜੋ ਹੋ ਰਿਹਾ ਵਾ, ਲੇਕਿਨ ਪਹਿਲੋਂ ਵੀ ਕਾਂਗਰਸ ਵੇਲੇ ਵੀ ਇਹੋ ਹੀ ਹੁੰਦਾ ਰਿਹਾ। ਉਦੋਂ ਵੀ ਲੋਕੀ ਖੁਸ਼ ਨਹੀਂ ਸੀਗੇ, ਨਾ ਖੁਸ਼ ਸੀਗੇ। ਅਨਫੋਰਚੂਨੇਟ ਹੈ ਵੀ ਇਹ ਸਭ ਕੁਝ ਹੋ ਰਿਹਾ। ਨਿਸ਼ਾਨ ਢਿੱਲੋਂ ਦਾ ਕਮੈਂਟ ਤੁਹਾਡੇ ਸਾਹਮਣੇ ਅਸੀਂ ਸ਼ੇਅਰ ਕਰ ਰਹੇ ਹਾਂ। ਇੱਕ ਕਮੈਂਟ ਹੁਣੇ ਹੇਅਰ ਦਾ ਆਇਆ ਸੀ, ਹੇਅਰ ਸਾਹਿਬ ਦਾ ਕਮੈਂਟ ਆਇਆ ਸੀ, ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਮੇਰੇ ਸਕਰੀਨ ਤੋਂ ਉੱਤੋਂ ਹਟ ਗਿਆ। ਹਾਂ, ਜਗਰੂਪ ਸਿੰਘ ਹੇਅਰ, ਉਹ ਕਹਿ ਰਹੇ ਨੇ ਜਦੋਂ ਸਰਕਾਰਾਂ, ਵਿਰੋਧੀ ਧਿਰਾਂ, ਮੀਡੀਆ ਅਤੇ ਬੁੱਧੀਜੀਵੀ ਵਰਗ ਆਪਣੀ ਜ਼ਿੰਮੇਵਾਰੀ ਨਾ ਨਿਭਾਏ ਤਾਂ ਉੱਚ ਅਦਾਲਤਾਂ ਦਖਲ ਦੇਣਾ ਪਏਗਾ ਜਾਂ ਇਨਸਾਨ ਲਈ ਲੋਕਾਂ ਨੂੰ ਸੜਕਾਂ ਤੇ ਆਉਣਾ ਪਵੇਗਾ। ਜਦੋਂ ਪੁਰਾਣੇ ਜੱਜ ਸਾਹਿਬਾਨ ਇੱਕ ਇੱਕ ਕਰਕੇ ਰਿਟਾਇਰ ਹੋ ਜਾਣਗੇ ਅਤੇ ਅਜੋਕੇ ਫਿਰਕਾਪ੍ਰਸਤ ਸਿਸਟਮ ਵਾਲੇ ਨਾਮਜ਼ਦ ਜੱਜ ਉੱਚ ਅਦਾਲਤਾਂ ਵਿੱਚ ਬੈਠ ਹੋਣਗੇ, ਉਸ ਵੇਲੇ ਕੀ ਬਣੂ? ਵਾਕਈ ਇਹ ਇੱਕ ਖਤਰੇ ਦੀ ਘੰਟੀ ਆ ਹੇਅਰ ਸਾਹਿਬ। ਇਸ ਵੇਲੇ ਤੇ ਸੁਪਰੀਮ ਕੋਰਟ ਦੇ ਵਿੱਚ ਪੂਰੀ ਲੋਕਾਂ ਨੂੰ ਵਿਸ਼ਵਾਸ ਆ, ਕਾਫੀ ਹੱਦ ਤੱਕ ਵਿਸ਼ਵਾਸ ਆ, ਲੇਕਿਨ ਸਮਾਂ ਇਹ ਵੀ ਆ ਸਕਦਾ ਵਾ ਕਿ ਜਦੋਂ ਉਹਨਾਂ ਜੱਜਾਂ ਦੇ ਵਿੱਚ ਵੀ ਲੋਕਾਂ ਨੂੰ ਵਿਸ਼ਵਾਸ ਨਾ ਹੋਵੇ। ਹਰਮੇਸ਼ ਸਿੰਘ ਹੋਠੀ ਦਾ ਕਮੈਂਟ ਆ, ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸੁਪਰੀਮ ਕੋਰਟ ਦੀ ਮੌਜੂਦਾ ਸਰਕਾਰ ਕੋਈ ਵੀ ਹੁਕਮ ਨਹੀਂ ਮੰਨ ਰਹੀ। ਕੋਰਟ ਦੇ ਫੈਸਲੇ ਲਾਗੂ ਤਾਂ ਪੁਲਿਸ ਨੇ ਹੀ ਕਰਨੇ ਹਨ, ਜੋ ਕਿ ਨਹੀਂ ਕਰ ਰਹੇ। ਮੌਜੂਦਾ ਸਰਕਾਰ ਤੋਂ ਇਹ ਆਸ ਨਹੀਂ ਹੈ। ਕੋਈ ਨੈਤਿਕਤਾ ਵਾਲੀ ਸਰਕਾਰ ਹੀ ਭਾਰਤ ਦੀ ਵਿਗੜਦੀ ਹਾਲਤ ਨੂੰ ਬਚਾ ਸਕਦੀ ਹੈ। ਇਹ ਹਰਮੇਸ਼ ਸਿੰਘ ਹੋਠੀ ਦਾ ਕਮੈਂਟ ਹੈ। ਮੀਨਵਾਈਲ ਰਣਜਿੰਦਰਜੀਤ ਸਿੰਘ ਸੀਰਾ, ਨਿਸ਼ਾਨ ਢਿੱਲੋਂ, ਪਾਲੀ ਗਿੱਦਰਬਾ, ਪ੍ਰੀਤ ਕਮਲ ਦੇ ਤਾਜ਼ੇ ਕਮੈਂਟ ਵੀ ਤੁਸੀਂ ਫੇਸਬੁੱਕ ਦੇ ਉੱਪਰ ਦੇ ਸਕਦੇ ਜੀ।
ਸਿਰਫ ਭਾਜਪਾ ਨੂੰ ਬਲੇਮ ਕਰਨਾ ਸਹੀ ਨਹੀਂ ਹੋਊ। ਮੈਂ ਜਿਵੇਂ ਦੱਸਿਆ ਕਿ ਪਹਿਲਾਂ ਵੀ ਇਹੋ ਹੀ ਹੁੰਦਾ ਰਿਹਾ ਔਰ ਕਈ ਵਾਰ ਜਦੋਂ ਨਾਨ ਬੀਜੇਪੀ ਗਵਰਨਮੈਂਟਸ ਕਈ ਥਾਵਾਂ 'ਤੇ ਸੱਤਾ 'ਚ ਆਉਂਦੀਆਂ ਵਾ, ਜਿਵੇਂ ਇਸ ਵੇਲੇ TMC ਆ ਵੈਸਟ ਬੰਗਾਲ ਦੇ ਵਿੱਚ ਜਾਂ ਕੇਰਲਾ ਦੇ ਵਿੱਚ ਦੂਜੀ ਪਾਰਟੀ ਆ ਜਾਂ ਤਾਮਿਲਨਾਡੂ ਦੇ ਵਿੱਚ ਦੂਜੀ ਪਾਰਟੀ ਹੈ ਸੱਤਾ ਦੇ, ਜਾਂ ਪੰਜਾਬ ਦੇ ਵਿੱਚ, ਉਹਨਾਂ ਪਾਰਟੀਆਂ ਦੇ ਉੱਤੇ ਵੀ ਪੱਖਪਾਤ ਦਾ ਇਲਜ਼ਾਮ ਲੱਗਦਾ ਹੀ ਹੈ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ, ਅਮਰਤ ਬੋਲਦਾ ਭਾਈ। ਹਾਂਜੀ ਅੰਮ੍ਰਿਤ, ਸਤਿ ਸ਼੍ਰੀ ਅਕਾਲ ਭਾਜੀ। ਇੰਡੀਆ 'ਚ ਕਾਨੂੰਨ ਹੈ ਨਹੀਂ, ਹੁਣ ਸਾਡੇ ਇਸ ਕੰਟਰੀ 'ਚ ਕਾਨੂੰਨ ਹੈਗਾ। ਇੱਥੇ ਜਦੋਂ ਕੋਰਟ 'ਚ ਕੇਸ ਚਲੇਗਾ ਨਾ ਭਾਜੀ, ਉਹਨਾਂ ਨੂੰ ਛੇਤੀ ਰਫਾ ਦਫਾ ਕਰਨਾ ਪੈਣਾ ਉਹ ਕੇਸ। ਪਰ ਤੁਹਾਡੇ ਵੀ ਉੱਥੇ ਜਿਹੜੇ ਬਲੈਕਸ ਨੇ ਉਹ ਤੇ ਇਲਜ਼ਾਮ ਲਾਉਂਦੇ ਆ ਵੀ ਉਹਨਾਂ ਨੂੰ ਬਰਾਬਰ ਦਾ ਸਿਟੀਜ਼ਨ ਨਹੀਂ ਸਮਝਿਆ ਜਾਂਦਾ ਔਰ ਉਹਨਾਂ ਨਾਲ ਵਿਤਕਰਾ ਹੁੰਦਾ। ਨਹੀਂ ਭਾਈ, ਸਾਡੇ ਕਾਨੂੰਨ ਹੈਗਾ, ਕੋਈ ਕੁਛ ਕਹੀ ਜਾਵੇ। ਇੱਥੇ ਕੋਰਟ ਕੇਸ ਜਾਂਦਾ ਭਾਜੀ, ਉਹ ਕੋਰਟ ਕੋਲੋਂ ਰਫਾ ਦਫਾ ਕਰਨਾ ਪੈਂਦਾ, ਜਾਂ ਤਾਂ ਬਹਿ ਕੇ ਸਮਝੌਤਾ ਹੋਊਗਾ ਜਾਂ ਜੋ ਕਿਸੇ ਦਾ ਲੈਣਾ ਦੇਣਾ ਜੋ ਵੀ ਹੈਗਾ ਵਾਧਾ ਘਾਟਾ ਕੁਛ ਵੀ ਹੋਇਆ ਉਹਨਾਂ ਨੂੰ ਉਹ ਕਰਨਾ ਪਊਗਾ। ਕਿਉਂਕਿ ਸਾਡੇ ਕੋਲ ਕਾਫੀ ਬਿਜ਼ਨਸ ਹੈਗੇ ਭਾਜੀ, ਮੈਨੂੰ ਵੀ ਇੱਥੇ 45 ਸਾਲ ਹੋ ਗਏ ਰਹਿੰਦੇ ਨੂੰ, ਸਾਡੇ ਕੋਲ ਬਹੁਤ ਵਾਰ ਹੋ ਚੁੱਕੇ ਆ, ਕਈ ਵਾਰ ਤਾਂ ਲੇਬਰ ਕੋਰਟ 'ਚ ਹੋ ਚੁੱਕਿਆ ਸਾਡੇ ਇੱਥੇ ਵੀ। ਇੱਥੇ ਇੰਡੀਆ ਨਹੀਂ। ਹੁਣ ਤੁਸੀਂ ਚਲੋ ਮੈਂ ਤੁਹਾਨੂੰ ਸਾਰੀ ਉਹ ਗੱਲ ਮੁਕਾਲਣਾ, ਸਾਡਾ ਜਿਹੜਾ ਪਿਛਲਾ ਸਾਬਕਾ ਮੁੱਖ ਮੰਤਰੀ ਸੀ ਜੀ ਚਰਨਜੀਤ ਸਿੰਘ ਚੰਨੀ, ਉਹਨੂੰ ਲਿਆਓ ਬਿਠਾਓ ਲਾਈਨ ਤੇ, ਉਹਨੂੰ ਪਹਿਲਾਂ ਪੁੱਛੋ ਵੀ ਜਿਹੜੀ ਤੂੰ 2 ਨੰਬਰ ਦੀ ਸ਼ਰਾਬ ਬਣਾਈ ਸੀ ਕਿੱਥੇ ਬਣਾਈ ਸੀਗੀ। ਜਿਹੜੇ ਉਹਦੇ ਸੀਗੇ ਨਾ ਬੰਦੇ ਭਾਜੀ, ਉਹ ਸਾਰੇ ਭਾਜੀ ਤਕੜੇ ਜਾਇਦਾਦ ਬਣਾ ਗਏ, ਜਿਹੜਾ ਕੋਈ ਟੈਲੀਫੋਨ ਸੁਣਦਾ ਸੀਗਾ, ਕੋਈ ਕੰਮ ਕਰਦਾ ਸੀਗਾ, ਕਿਉਂਕਿ ਕਾਨੂੰਨ ਨਹੀਂ ਭਾਜੀ ਹੈਗਾ। ਪਰ ਦੇਖੋ ਮੇਰੀ ਗੱਲ ਸੁਣੋ, ਤੁਸੀਂ ਚਰਨਜੀਤ ਚੰਨੀ ਦਾ ਨਾਂ ਲਿਆ, ਮੈਂ ਉਹਨਾਂ ਦੀ ਕੋਈ ਵਕਾਲਤ ਨਹੀਂ ਕਰਦਾ ਜੇ ਉਹ ਗੁਨਾਹਗਾਰ ਆ ਔਰ ਉਹਨਾਂ ਤੇ ਬੜੇ ਗੰਭੀਰ ਆਰੋਪ ਲੱਗੇ ਨੇ, ਪਰ ਹੁਣ ਦੇ ਮੁੱਖ ਮੰਤਰੀ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਆ ਜਿਹੜੇ ਅਰਵਿੰਦ ਕੇਜਰੀਵਾਲ, ਉਹਨਾਂ ਦੇ ਇਲਜ਼ਾਮ ਲਗਾ ਵੀ 45 ਕਰੋੜ ਰੁਪਈਆ ਉਹਨਾਂ ਨੇ ਆਪਣੇ ਘਰ ਦੀ ਰੈਨੋਵੇਸ਼ਨ ਤੇ ਲਾਤਾ ਭਾਜੀ। ਅੰਦਰ ਰੇਲ ਚੱਕ ਕੇ, ਅਸੀਂ ਤਾਂ ਕਹਿੰਦੇ ਅੰਦਰ ਰੇਲ ਚੱਕ ਕੇ। ਚੰਨੀ ਦਾ ਤਾਂ ਮੈਂ ਬਿਟਨੈਸ ਹੈ ਭਾਜੀ। ਹਾਂ, ਮੇਰਾ ਖੁਦ ਚਾਚੇ ਦਾ ਮੁੰਡਾ ਭਾਜੀ ਕਹਿੰਦੇ ਚੰਡੀਗੜ੍ਹ ਦੀ ਸ਼ਰਾਬ ਆ, ਉਹ ਚੰਡੀਗੜ੍ਹ ਦੀ ਨਹੀਂ ਸੀਗੀ। ਪਹਿਲਾਂ ਤਾਂ ਉਹਨੂੰ ਇਹੀ ਪੁੱਛੋ ਵੀ ਤੂੰ ਉਹ ਜਿਹੜੀ ਸ਼ਰਾਬ ਵੰਡੀ ਹੈ ਵੋਟਾਂ 'ਚ ਉਹ ਕਿੱਥੋਂ ਆਈ ਸੀਗੀ, ਉਹ ਕਹਿੰਦਾ ਮੈਂ ਕਿਸੇ ਨੂੰ ਵੰਡੀ ਨਹੀਂ। ਦੂਜਾ ਮੈਂ ਉਹਦਾ ਇੱਥੇ ਪ੍ਰੂਫ ਦੇ ਦੇਣਾ ਭਾਜੀ, ਜਿਹੜੇ ਪੈਸੇ ਕੱਢੇ ਆ ਸਾਡੇ ਕੋਲ ਹੈਗੇ ਆ ਸਾਰੇ, ਹੁਣ ਅਗਲੀ ਵਾਰ ਆਊਗਾ। ਗੱਲ ਇਹ ਨਹੀਂ ਹੈਗੀ ਭਾਜੀ, ਸਿਸਟਮ ਨਹੀਂ ਹੈਗਾ, ਸਾਡਾ ਸਿਸਟਮ ਫੇਲ ਹੋ ਚੁੱਕਿਆ। ਕਾਨੂੰਨ ਕੋਈ ਵੀ ਹੈ ਨਹੀਂ ਇੰਡੀਆ 'ਚ, ਦੱਸੋ ਕਿਹੜਾ ਕਾਨੂੰਨ ਹੈ। ਹੁਣ ਤੁਸੀਂ ਦੱਸਦੇ ਸੀਗੇ ਦਰਬਾਰਾ ਸਿੰਘ ਦੀ ਜ਼ਮੀਨ ਵਾਲੇ, ਜਿਹੜੀ ਖਰੜ ਕੋਲ ਹੈਗੀ ਹੈ 23 ਕਿੱਲੇ, ਤੁਸੀਂ ਚੱਕਿਆ ਸੀ, ਉਹ ਅੱਜ ਤੱਕ ਕਿੱਥੇ ਗਈ ਭਾਜੀ? ਸਹੀ ਗੱਲ, ਮਿਹਰਬਾਨੀ। ਅਸੀਂ ਕਹਿੰਦੇ ਕੇਜਰੀਵਾਲ ਵੀ ਭਾਜੀ ਜੇ ਉਹਨੇ ਗਲਤ ਕੰਮ ਕੀਤਾ ਅੰਦਰ ਦੇਣ ਸਾਲੇ ਨੂੰ, ਕਹਿੰਦੇ ਭਾਜੀ ਕਾਹਦੇ ਹੈ। ਚਲੋ ਗਾਲ ਕਿਹਨੂੰ ਕਿਉਂ ਕਰਨੀ। ਮਿਹਰਬਾਨੀ ਜੀ, ਥੈਂਕ ਯੂ ਭਾਈ ਸਾਹਿਬ ਅਮਰ ਜੀ। ਸਤਨਾਮ ਸਿੰਘ ਧਾਮੀ ਦਾ ਕਮੈਂਟ ਆਇਆ ਵਾ ਕਿ ਇੱਥੇ ਜਦੋਂ ਨਫ਼ਰਤੀ ਭਾਸ਼ਣ ਹੁੰਦਾ ਵਾ ਤੇ ਉਹਦੇ ਨਾਲ ਜਿਹੜੀ ਸਾਡਾ ਸੈਕੂਲਰ ਮੁਲਕ ਆ ਉਹਦੇ 'ਚ ਲੋਕੀ ਪ੍ਰਵੋਕ ਹੁੰਦੇ ਆ, ਗੁੱਸਾ ਆਉਂਦਾ ਲੋਕਾਂ ਨੂੰ। ਲੇਕਿਨ ਜਦੋਂ ਅਸੀਂ ਧਾਰਮਿਕ ਸਥਾਨਾਂ ਤੇ ਸਟੇਟ ਸਿੰਬਲ ਡਿਸਪਲੇ ਕਰਦੇ ਹਾਂ ਉਦੋਂ ਕੀ ਹੁੰਦਾ? ਜਦੋਂ ਹਰਿਮੰਦਰ ਸਾਹਿਬ ਦੇ ਵਿੱਚ ਕਿਸੇ ਨੇ ਨੈਸ਼ਨਲ ਫਲੈਗ ਆਪਣੀ ਗੱਲਾਂ ਦੇ ਉੱਤੇ ਲਾ ਕੇ ਉੱਥੇ ਗਏ ਤੇ ਉਦੋਂ ਕਿਹੋ ਜਿਹੀਆਂ ਫੀਲਿੰਗ ਸਾਹਮਣੇ ਆਈਆਂ। ਮੀਨਵਾਈਲ ਪ੍ਰੀਤ ਕਮਲ ਦਾ ਵੀ ਤਾਜ਼ਾ ਕਮੈਂਟ ਔਰ ਕ੍ਰਿਸ਼ਨ ਗੁਪਤਾ ਦਾ ਵੀ ਤਾਜ਼ਾ ਕਮੈਂਟ ਸਾਡੇ ਫੇਸਬੁੱਕ ਤੇ ਤੁਸੀਂ ਦੇਖ ਸਕਦੇ ਜੇ। ਗੁਰਪ੍ਰੀਤ ਸੇਖੋ ਬੰਟੂ ਵੀ ਜੁੜ ਗਏ ਨੇ, ਉਹਨਾਂ ਦਾ ਵੀ ਸਵਾਗਤ ਹੈ। ਇਸ ਉੱਪਰ ਪ੍ਰੀਤ ਕਮਲ ਦਾ ਕਮੈਂਟ ਆਇਆ ਕਿ ਜਿੰਨਾ ਚਿਰ ਤੱਕ ਲੀਡਰ ਲੋਕਾਂ ਨੂੰ ਧਰਮ ਦੀ ਅਫੀਮ ਚਟਾਈ ਜਾਣਗੇ ਉਦੋਂ ਤੱਕ ਕੁਝ ਨਹੀਂ ਬਣ ਸਕਦਾ ਇਸ ਦੇਸ਼ ਦਾ। ਇਸੇ ਤਰ੍ਹਾਂ ਨਿਸ਼ਾਨ ਢਿੱਲੋਂ ਦਾ ਕਮੈਂਟ ਹੈ ਕਿ ਭਾਰਤ 'ਚ ਧੱਕੇਸ਼ਾਹੀ ਚੱਲਦੀ ਆ ਔਰ ਇੱਕ ਉਦਾਹਰਨ ਹੈ ਸੁਖਪਾਲ ਸਿੰਘ ਖਹਿਰਾ ਦਾ ਜਿਸ ਉੱਪਰ FIR ਦਰਜ ਕੀਤੀ ਗਈ ਹੈ। ਨਿਸ਼ਾਨ ਢਿੱਲੋਂ ਜੀ, ਪਰ ਇਹਦੇ 'ਚ ਸਾਡੇ ਸਿਆਸੀ ਲੀਡਰਾਂ ਨੂੰ ਵੀ ਧਿਆਨ ਰੱਖਣਾ ਪਊਗਾ ਕਿ ਅਸੀਂ ਜਦੋਂ ਅਫਸਰਾਂ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਨੂੰ ਧਮਕਾਈਏ ਨਾ, ਉਹਨਾਂ ਨਾਲ ਸਹੀ ਮਾਇਨੇ ਦੇ ਵਿੱਚ ਸਹੀ ਤਰੀਕੇ ਨਾਲ ਗੱਲਬਾਤ ਕਰ ਸਕੀਏ। ਮੈਨੂੰ ਨਹੀਂ ਇਹਦੇ ਡਿਟੇਲਸ ਨਹੀਂ ਪਤਾ, ਲੇਕਿਨ ਆਮ ਤੌਰ 'ਤੇ ਬਹੁਤ ਸਾਰੇ ਵੇਖਿਆ ਗਿਆ ਕਿ ਕਈ ਵਾਰ ਜਦੋਂ MLA MP ਜਦੋਂ ਅਫਸਰਾਂ ਦੇ ਦਫ਼ਤਰਾਂ ਦੇ ਵਿੱਚ ਜਾਂਦੇ ਨੇ ਤੇ ਉਹਨਾਂ ਨਾਲ ਗਲਤ ਬਿਆਨਬਾਜ਼ੀ ਕਰਦੇ ਨੇ। ਕ੍ਰਿਸ਼ਨ ਗੁਪਤਾ ਦਾ ਕਮੈਂਟ ਆ ਕਿ ਓਕੇ ਆਰਡਰ ਫॉर ਕੇਜਰੀਵਾਲ ਰਿਨਿਊਅਲਸ। ਮਨਜੀਤ ਸੁਰਖਾ ਕਹਿ ਰਹੇ ਨੇ ਕੁਝ ਚਿਰ ਪਹਿਲਾਂ ਸੁਪਰੀਮ ਕੋਰਟ ਦੇ 4 ਵਕੀਲਾਂ ਵੱਲੋਂ ਆਪਣੀ ਜਾਨ ਦੇ ਖਤਰੇ ਵਿੱਚ ਪਾ ਕੇ ਸਾਰੇ ਭਾਰਤ ਦੇ ਸਾਹਮਣੇ ਆਏ ਸੀ। ਉਸ ਵੇਲੇ ਭਾਰਤ ਦੇ ਲੋਕਾਂ ਨੂੰ ਇਹ ਵੀ ਨਹੀਂ ਸੀ ਪਤਾ ਵੀ ਕੀ ਕਹਿ ਰਹੇ ਆ। ਇਹ ਮਨਜੀਤ ਸੁਰਖਾ ਦਾ ਕਮੈਂਟ ਹੈ। ਕੁਝ ਕਾਲਰ ਸਾਡੇ ਨਾਲ ਜੁੜੇ ਹੋਏ ਨੇ, ਇੱਕ ਇੱਕ ਕਰਕੇ ਉਹਨਾਂ ਦੀ ਕਾਲ ਲੈਂਦੇ ਹਾਂ। ਹੈਲੋ ਹਾਂਜੀ ਭਾਈ ਸਾਹਿਬ, ਕੌਣ ਬੋਲ ਰਹੇ? ਹਾਂਜੀ ਸਿੱਧੂ ਸਾਹਿਬ, ਮੈਂ ਅਜੀਤ ਸਿੰਘ ਸਰਾਂ ਬੋਲ ਰਿਹਾ। ਸਰਾਂ ਸਾਹਿਬ, ਕਿਉਂ ਜਾਣਾ ਪੈਂਦਾ ਵਾ ਲੋਕਾਂ ਨੂੰ ਦੁਬਾਰਾ ਸੁਪਰੀਮ ਕੋਰਟ? ਹੁਣ ਵਿਚਾਰੀਆਂ ਜਿਹੜੀਆਂ ਕੁਸ਼ਤੀ ਕਰਦੀਆਂ ਲੜਕੀਆਂ ਉਹਨਾਂ ਨੂੰ ਹੀ ਜਾਣਾ। ਦੇਖੋ ਸੁਪਰੀਮ ਕੋਰਟ ਵੀ ਕਦੇ ਕਦੇ ਨਾ ਇਹ ਭੁੱਲ ਜਾਂਦੀ ਆ ਕਿ ਅਸੀਂ ਸੁਪਰੀਮ ਕੋਰਟਾਂ ਤੇ ਲੋਕਾਂ ਨੂੰ ਜਿਹੜੇ ਅਮੀਰ ਆਦਮੀ ਆ ਉਹਨਾਂ ਨੂੰ ਕੋਈ ਸਜ਼ਾ ਨਹੀਂ ਦਿੰਦੀ। ਉਹ ਦੇਖੋ ਜਿਹੜੇ ਮਿਨਿਸਟਰ ਦੇ ਮੁੰਡੇ ਨੇ ਬੈਠੇ ਉੱਥੇ ਕਿਸਾਨ ਰਗੜ ਤੇ
ਜੀਪ ਦੇ ਥੱਲੇ ਦੇ ਕੇ ਗੋਲੀਆਂ ਚਲਾਈਆਂ, ਉਹ ਵੀ ਸਬੂਤ ਹੋ ਗਿਆ। ਲਖੀਮਪੁਰ ਖੇੜੀ, ਹਾਂਜੀ ਫਿਰ ਹਾਂਜੀ, ਤੇ ਉਹ ਫੇਰ ਵੀ ਅਜੇ ਬਾਹਰ ਹੈ, ਉਸ ਨੂੰ ਕੋਈ ਸਜ਼ਾ ਨਹੀਂ, ਕੋਈ ਕੁਛ ਨਹੀਂ ਹੈ, ਉਹ ਆਰਾਮ ਨਾਲ ਘੁੰਮ ਰਹੇ ਆ, ਸਾਰਾ ਕੁਝ ਹੋ ਰਿਹਾ। ਦੇਖੋ ਨਾ ਫਿਰ ਗਰੀਬਾਂ ਨੂੰ ਕਿੱਥੇ ਇਨਸਾਫ ਮਿਲੇਗਾ? ਸ਼ੋਰ ਜੇ ਅਮੀਰ ਤੇ ਗਰੀਬ ਨੂੰ ਸੁਪਰੀਮ ਕੋਰਟ ਦਾ ਮਤਲਬ ਹੈ ਇੱਕੋ ਜਿਹਾ ਸਮਝਣਾ ਚਾਹੀਦਾ ਜੀ। ਹਾਂਜੀ ਤੇ ਉਹ ਹੁਣ ਵੀ ਬਾਹਰ ਆ, ਇੰਨੇ ਖੂਨ ਕਰਕੇ ਗੋਲੀਆਂ ਚਲਾ ਕੇ ਉਹ ਫੇਰ ਵੀ ਬਾਹਰ ਹੈ। ਫਿਰ ਸੁਪਰੀਮ ਕੋਰਟ ਕੀ ਕਰ ਰਹੀ ਆ? ਨਹੀਂ, ਸੁਪਰੀਮ ਕੋਰਟ ਤੇ ਕਾਫੀ ਕੇਸਾਂ 'ਚ ਦਖਲ ਦਿੰਦੀ ਆ ਜੀ, ਪਰ ਹੁਣ ਹਰ ਕੇਸ ਦੇ ਵਿੱਚ ਕਿੱਥੇ ਕਿੱਥੇ ਦਖਲ ਦੇਵੇ ਸੁਪਰੀਮ ਕੋਰਟ? ਸਰਾ ਸਾਹਿਬ ਤਾਂ ਨਾ ਸੁਪਰੀਮ ਕੋਰਟ ਕਿਵੇਂ ਛੱਡਦੀ ਆ ਉਹਨੂੰ? ਕਿਵੇਂ ਉਸ ਨੂੰ ਜ਼ਮਾਨਤ ਤੇ ਭੇਜਤਾ? ਕਿਤੇ ਮਿਲ ਸਕਦੀ ਹੈ ਇਸ ਤਰ੍ਹਾਂ ਦੇ ਆਦਮੀ ਨੂੰ ਜ਼ਮਾਨਤ? ਮਿਲ ਸਕਦੀ ਕਿਸੇ ਹੋਰ ਕੰਟਰੀ 'ਚ? ਸ਼ੋਰ ਹਾਂ, ਨਹੀਂ ਮਿਲ ਸਕਦੀ। ਫਿਰ ਮਿਹਰਬਾਨੀ, ਥੈਂਕ ਯੂ ਸਰਾ ਸਾਹਿਬ। ਮੀਨਵਾਈਲ ਕ੍ਰਿਸ਼ਨ ਗੁਪਤਾ ਦਾ ਕਮੈਂਟ ਹੈ ਕਿ ਉਹਨਾਂ ਨੂੰ ਬਹੁਤ ਅਫਸੋਸ ਹੈ ਕਿ ਇੱਕ ਆਮ ਆਦਮੀ ਪਾਰਟੀ ਦੇ ਪਾਰਟੀ ਲੀਡਰ ਨੇ ਆਪਣੇ ਘਰ ਦੇ ਉੱਪਰ 45 ਕਰੋੜ ਰੁਪਈਆ ਖਰਚਾ। ਇਹ ਕ੍ਰਿਸ਼ਨ ਗੁਪਤਾ ਨੇ ਸਾਡੇ ਫੇਸਬੁੱਕ ਦੇ ਉੱਪਰ ਲਿਖਿਆ ਵਾ। ਇਹ ਅੱਜ ਦਾ ਮਸਲਾ ਨਹੀਂ ਗਾ, ਪਰ ਚਲੋ ਤੁਸੀਂ ਇਹ ਮਸਲੇ ਬਾਰੇ ਟਿੱਪਣੀ ਕੀਤੀ ਹੈ, ਠੀਕ ਹੈ। ਮਨਜੀਤ ਸਿੰਘ ਦਾ ਕਮੈਂਟ ਆਇਆ ਫੇਸਬੁੱਕ ਤੇ ਕਿ ਭਾਰਤ ਦੇਸ਼ ਦੇ ਸਾਰੇ ਨੇਤਾ ਅਤੇ ਪੁਲਿਸ ਦੋਨੋਂ ਹੀ ਰੋਂਗ ਹਨ। ਕਾਫੀ ਵਾਰੀ ਰੋਂਗ ਹੁੰਦੇ ਆ, ਕਈ ਵਾਰ ਠੀਕ ਵੀ ਹੁੰਦੇ ਆ। ਵੈਸੇ ਤਾਂ ਇਹੋ ਜਿਹੀ ਗੱਲ ਨਹੀਂ ਗੀ, ਕਈ ਚੰਗੇ ਨੇਤਾ ਵੀ ਆਏ, ਆਪਾਂ ਕਈ ਨੇਤਾ ਦੇ ਬਾਰੇ ਆਪਾਂ ਹਮੇਸ਼ਾ ਗੱਲ ਵੀ ਕਰਦੇ ਹਾਂ, ਲੇਕਿਨ ਸਿਸਟਮ ਜਿਹੜਾ ਵਾ ਉਹ ਵਿਗੜਿਆ ਜਿਹਾ ਲੱਗਦਾ ਵਾ। ਇਹਦੇ 'ਚ ਕੋਈ ਸ਼ੱਕ ਨਹੀਂ, ਤਾਂ ਸੁਪਰੀਮ ਕੋਰਟ ਨੂੰ ਦਖਲ ਦੇਣਾ ਪੈਂਦਾ। ਹੁਣ ਕਿਵੇਂ ਕੋਈ ਨਫ਼ਰਤੀ ਭਾਸ਼ਣ ਦੇ ਕੇ ਬਚ ਸਕਦਾ ਉਹ, ਤੇ ਕੇਸ ਕਿਉਂ ਨਹੀਂ ਦਰਜ ਹੁੰਦਾ? ਕੀ ਇਸ ਕਰਕੇ ਦਰਜ ਨਹੀਂ ਹੁੰਦਾ ਕਿ ਉਹ ਜਿਹੜੀ ਸੱਤਾਧਰ ਪਾਰਟੀ ਉਹਦਾ ਮੈਂਬਰ ਆ? ਜੇ ਕੋਈ ਧੱਕਾ ਕਰਦਾ ਵਾ ਪਲੇਅਰਾਂ ਦੇ ਨਾਲ, ਜਿਨਸੀ ਸ਼ੋਸ਼ਣ ਵਰਗਾ ਦੀ ਬੇਇਨਸਾਫੀ ਕਰਦਾ ਵਾ, ਤੇ ਕੀ ਉਹਨਾਂ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ? ਕਿਉਂ ਨਹੀਂ ਸਜ਼ਾ ਮਿਲਦੀ ਇਹੋ ਜਿਹੇ ਲੋਕਾਂ ਨੂੰ? ਕਿਉਂ ਜਿਹੜੀਆਂ ਮਹਿਲਾ ਪਹਿਲਵਾਨ ਆ ਉਹਨਾਂ ਨੂੰ ਧਰਨੇ ਦੇਣੇ ਪਏ ਜਾਂ ਉਹਨਾਂ ਨੂੰ ਮੁਜ਼ਾਹਰੇ ਕਰਨੇ ਪਏ ਜਾਂ ਸੁਪਰੀਮ ਕੋਰਟ ਤੱਕ ਪਹੁੰਚ ਕਰਨੀ ਪਈ? ਇਹ ਕਈ ਸਵਾਲ ਨੇ ਜਿਨ੍ਹਾਂ ਬਾਰੇ ਅੱਜ ਅਸੀਂ ਜਵਾਬ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਹਾਂਜੀ ਭਾਈ ਸਾਹਿਬ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸ਼ੇਰਗਿਲ ਜੀ। ਸੰਧੂ ਸਾਹਿਬ, ਇਹ ਸਰਕਾਰ ਜਦੋਂ 2014 ਚ ਆਈ ਨਾ, ਇਹ ਹਰ ਚੀਜ਼ ਨੂੰ ਕੰਟਰੋਲ ਕਰਦੇ ਲੱਗੀ ਰਹੀ। ਸਭ ਤੋਂ ਪਹਿਲਾਂ ਤਾਂ ਮੀਡੀਆ ਕੰਟਰੋਲ ਕੀਤਾ ਜੀ। ਦੇਖੋ ਮੀਡੀਆ ਕਿਵੇਂ ਨੱਚ ਕੇ ਇਹਨਾਂ ਦੇ ਗੁਣ ਗਾ ਰਿਹਾ ਤੇ ਲੋਕਾਂ ਨੂੰ ਬੇਵਕੂਫ ਬਣਾ ਰਿਹਾ, ਜਿਹਦੇ ਨਾਲ ਦੇਸ਼ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ। ਓਕੇ। ਫਿਰ ਇਹਨਾਂ ਨੇ ਜੁਡੀਸ਼ੀਅਲ ਤੇ ਕੰਟਰੋਲ ਕਰਨਾ ਸ਼ੁਰੂ ਕੀਤਾ, ਠੀਕ ਹੈ ਜੀ। ਇਹਨਾਂ ਨੇ ਜੁਡੀਸ਼ੀਅਲ ਤੇ ਬੜੇ ਹਮਲੇ ਕੀਤੇ ਤੇ ਜੱਜਾਂ ਨੂੰ ਕੰਟਰੋਲ ਕਰਨਾ ਸ਼ੁਰੂ ਕੀਤਾ। ਇਹ ਏਦਾਂ ਦੇ ਵੀ ਜੱਜ ਆਏ ਜਿਹੜੇ ਕਾਲੇ ਬਾਂਦਰ ਨੂੰ ਦੇਖ ਕੇ ਫੈਸਲਾ ਕਰਦੇ ਰਹੇ, ਠੀਕ ਹੈ ਜੀ। ਫਿਰ ਉਹਨਾਂ ਨੂੰ ਰਾਜ ਸਭਾ ਦੇ ਮੈਂਬਰ ਬਣਾਇਆ ਗਿਆ। ਇਹ ਤਾਂ ਹੁਣ ਇੱਕ ਇਮਾਨਦਾਰ ਜੱਜ ਆਇਆ ਸੁਪਰੀਮ ਕੋਰਟ ਦੇ ਵਿੱਚ, ਜੀ ਤੋਂ ਇਹ ਇੰਨੇ ਔਖੇ ਨੇ, ਉਹਦੇ ਖਿਲਾਫ ਕਿੰਨੀਆਂ ਪਟੀਸ਼ਨਾਂ ਇਹਨਾਂ ਨੇ ਪਵਾ ਲੀਆਂ ਹੈ, ਕਿੰਨਾ ਉਹਦੇ ਖਿਲਾਫ ਇਹ ਨਾਮ ਸ਼ਰਾਬ ਬੋਲ ਰਹੇ ਨੇ ਹੈ, ਉਹਨੂੰ ਧਮਕੀਆਂ ਦੇ ਰਹੇ ਨੇ। ਤੇ ਇਹ ਸਰ ਜੇ ਏਦਾਂ ਇਮਾਨਦਾਰੀ ਨਹੀਂ ਰਹੂਗੀ ਤਾਂ ਦੇਸ਼ ਖਤਮ ਹੋ ਜਾਊਗਾ। ਇਹਦਾ ਹੁਣ ਸੁਪਰੀਮ ਕੋਰਟ 1% ਵੀ ਜੇ ਚੱਲੀ ਜਾਵੇ ਇਹਨਾਂ ਦੇ ਖਿਲਾਫ ਨਾ, ਤਾਂ ਵੀ ਦੇਸ਼ ਮਾੜਾ ਮੋਟਾ ਸਹੀ ਰਹਿ ਜਾਊਗਾ, ਨਹੀਂ ਦੇਸ਼ ਬਿਲਕੁਲ ਖਤਮ ਹੋ ਜਾਊਗਾ। ਇਹ ਜੱਜਾਂ ਨੂੰ ਵੀ ਕੰਟਰੋਲ ਕਰਨ ਨੂੰ ਫਿਰਦੇ ਨੇ। ਇਹ ਕਹਿੰਦੇ ਜਿਵੇਂ ਮੀਡੀਆ ਨੱਚ ਕੇ ਸਾਡੀ ਸਪੋਰਟ ਕਰ ਰਿਹਾ, ਏਦਾਂ ਹੀ ਜੱਜ ਨੱਚ ਕੇ ਸਪੋਰਟ ਕਰਨ। ਜਦੋਂ ਜੱਜ ਪੂਰੇ ਕੰਟਰੋਲ 'ਚ ਆ ਗਏ ਇਹਨਾਂ ਦੇ, ਫਿਰ ਮੁੜ ਕੇ ਦੇਸ਼ 'ਚ ਕੋਈ ਸੁਣਵਾਈ ਨਹੀਂ ਹੋਊਗੀ। ਦੇਸ਼ ਦੇ ਹਾਲਾਤ ਮਾੜੇ ਹੋਣਗੇ। 2024 ਦੇ ਵਿੱਚ ਜੇ ਦੁਬਾਰੇ ਸਰਕਾਰ ਆਉਂਦੀ ਹੈ, ਅੱਜ ਪਰ ਜੋ ਅੱਜ ਸ਼ੇਰਗਿਲ ਸਾਹਿਬ ਇਲਜ਼ਾਮ ਲੱਗ ਰਹੇ ਆ, ਜਦੋਂ ਕਾਂਗਰਸ ਸੱਤਾ ਸੀ ਕਾਂਗਰਸ ਤੇ ਵੀ ਇਲਜ਼ਾਮ ਲੱਗਦੇ ਸੀ। ਹੋਈ ਆਫਟਰ ਆਲ ਐਮਰਜੈਂਸੀ ਕਿਹਨੇ ਲਾਈ ਸੀ? ਐਮਰਜੈਂਸੀ ਤੇ ਕਾਂਗਰਸ ਨੇ ਲਾਈ ਸੀ ਨਾ। ਉਦੋਂ ਮੀਡੀਆ ਨੂੰ ਕਿਹਨੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ? ਕਾਂਗਰਸ ਨੇ। ਸਰ ਲੱਗਦੇ ਸੀਗੇ ਪਰ ਉਹਨਾਂ ਨੇ ਇੰਨਾ ਨਹੀਂ ਕੀਤਾ ਹੈ, ਰਾਈਟ। ਤੇ ਉਹਨਾਂ ਨੇ ਇੰਨਾ ਨਹੀਂ ਕੀਤਾ ਹੈ ਤੇ ਇਹਨਾਂ ਨੇ ਤਾਂ ਜਮਾਂ ਹੀ ਧੱਜੀਆਂ ਲਾਤੀਆਂ। ਪਰ ਐਮਰਜੈਂਸੀ ਤੇ ਉਹਨਾਂ ਨੇ ਲਾਈ ਸੀ। ਹੈਲੋ, ਹਾਂਜੀ ਐਮਰਜੈਂਸੀ ਜੀ। ਸਰ ਜਦੋਂ ਐਮਰਜੈਂਸੀ ਲੱਗੀ ਹੈ ਨਾ, ਜਦੋਂ ਕੋਈ ਰਾਜ ਕਰਦਾ ਉਹ ਹਰ ਚੀਜ਼ ਨੂੰ ਕੰਟਰੋਲ ਕਰਨਾ ਚਾਹੁੰਦਾ। ਜੇ ਇਹਨਾਂ ਦੀ ਐਮਰਜੈਂਸੀ ਲੱਗੀ ਸੀ ਤਾਂ ਫਲਾਪ ਵੀ ਹੋ ਗਏ ਸੀਗੇ, ਠੀਕ ਹੈ ਨਾ ਜੀ। ਤੇ ਇਹ ਤਾਂ ਹੁਣ ਫਲਾਪ ਹੋਏ ਵੇ ਵੀ ਲੋਕਾਂ ਨੂੰ ਡਰਾ ਕੇ ਪਰਚੇ ਦੇ ਕੇ ਧਮਕਾ ਕੇ ਦੂਜੀਆਂ ਪਾਰਟੀਆਂ ਨਾਲ ਆਪੋਜੀਸ਼ਨ ਖਤਮ ਕਰਕੇ ਇਹ ਆਪਣਾ ਕਬਜ਼ਾ ਕਰ ਰੱਖਣਾ ਚਾਹੁੰਦੇ ਨੇ। ਮਿਹਰਬਾਨੀ। ਜਦ ਕਿ ਇਹਨਾਂ ਦੀ ਚੰਗੀ ਗੱਲ ਕੋਈ ਵੀ ਨਹੀਂ ਹੈ ਦੇਸ਼ ਦੇ ਹਿੱਤ ਵਿੱਚ। ਦੇਸ਼ ਵਿੱਚ ਬੇਰੁਜ਼ਗਾਰੀ ਵਧੀ ਹੈ, ਭੁੱਖਮਰੀ ਵਧੀ ਹੈ, ਕਿਸੇ ਹਿੰਦੂ ਨੂੰ ਨੌਕਰੀ ਨਹੀਂ ਮਿਲੀ। ਪਰ ਸ਼ੇਰਗਿਲ ਜੀ ਫਿਰ ਵੀ ਲੋਕੀ ਇਹਨਾਂ ਨੂੰ ਵੋਟ ਪਾਉਂਦੇ ਆ, ਸੱਤਾ 'ਚ ਲੈ ਕੇ ਆਉਂਦੇ, ਕੋਈ ਕਾਰਨ ਕੋਈ ਗੁਣ ਤੇ ਹੋਊਗਾ ਇਹਨਾਂ ਦੇ ਵਿੱਚ ਵੀ। ਉਹ ਸਰ ਈਵੀਐਮ ਸਾਰਾ ਕੁਝ ਈਵੀਐਮ ਕਰ ਰਹੀ ਹੈ। ਈਵੀਐਮ ਕਰ ਰਹੀ ਹੈ। ਇੱਕ ਅੱਧੀ ਸਟੇਟ ਇਹਨਾਂ ਨੂੰ ਛੱਡ ਦਿੰਦੇ ਨੇ, ਦੂਜਿਆਂ ਨੂੰ ਜਿਹੜੇ ਰੌਲਾ ਪਾਉਣ ਵਾਲੇ ਨੇ ਬਾਕੀ ਸਾਰੀਆਂ ਆਪ ਕਾਬੂ ਕਰਦੇ ਨੇ। ਪੰਜਾਬ ਦੇ ਵਿੱਚ 92 ਸੀਟਾਂ ਆਮ ਆਦਮੀ ਪਾਰਟੀ ਦੀਆਂ ਕਿਵੇਂ ਆ ਗਈਆਂ? ਉਹ ਸਰ ਬਿਜਲੀ ਟੀਮ ਹੈ ਇਹਨਾਂ ਦੀ। ਫਿਰ
ਉਹ ਬੀ ਟੀਮ ਹੈ, ਉਹਦੇ ਰਾਹੀਂ ਕਾਬੂ ਕਰਨਾ ਸੀ ਪੰਜਾਬ ਨੂੰ। ਤਾਮਿਲਨਾਡੂ ਦੇ ਦੂਜੀ ਪਾਰਟੀ ਸੱਤਾ 'ਚ ਕਿਵੇਂ ਆ ਗਈ, ਕੇਰਲਾ 'ਚ ਕਿਵੇਂ ਆ ਗਈ, ਤੇ ਵੈਸਟ ਬੰਗਾਲ 'ਚ ਕਿਵੇਂ ਆ ਗਈ? ਉਹ ਸਰ ਦੇਖੋ, ਉਹਨਾਂ ਦੀਆਂ ਸਰਕਾਰਾਂ ਜਿੱਤੀਆਂ ਹੋਈਆਂ, ਬਣੀਆਂ ਹੋਈਆਂ, ਇਹਨਾਂ ਨੇ ਸਰਕਾਰਾਂ ਤੋੜ ਕੇ, ਬੰਦੇ ਖਰੀਦ ਕੇ ਆਪਣੀਆਂ ਸਰਕਾਰਾਂ ਖੜੀਆਂ ਕਰਤੀਆਂ। ਮਹਾਰਾਸ਼ਟਰ 'ਚ ਕੀ ਕੀਤਾ ਇਹਨਾਂ ਨੇ? ਕਿੱਥੇ ਕਾਨੂੰਨ ਆ ਜੀ, ਦੱਸੋ। ਓਕੇ, ਮਿਹਰਬਾਨੀ, ਥੈਂਕ ਯੂ ਸ਼ੇਰਗਿਲ ਸਾਹਿਬ। ਮੇਰਵਲ ਕ੍ਰਿਸ਼ਨ ਗੁਪਤਾ ਦਾ ਕਮੈਂਟ ਆ ਕਿ ਬਹੁਤ ਵੱਡਾ ਡਿਫਰੈਂਸ ਆ ਹੈਵ ਔਰ ਹੈਵ ਨਾਟਸ ਦੇ ਵਿੱਚ, ਅਮੀਰ ਔਰ ਗਰੀਬਾਂ ਦੇ ਵਿੱਚ, ਔਰ ਰੂਲ ਆਫ ਲਾਅ ਲਾਗੂ ਕਰਨ ਦੀ ਸਾਡੇ ਮੁਲਕ ਦੇ ਵਿੱਚ। ਸਾਰਿਆਂ ਵਾਸਤੇ ਰੂਲ ਆਫ ਲਾਅ ਬਰਾਬਰ ਹੋਣਾ ਚਾਹੀਦਾ, ਕਾਨੂੰਨ ਬਰਾਬਰ ਹੋਣਾ ਚਾਹੀਦਾ। ਇਹ ਕ੍ਰਿਸ਼ਨ ਗੁਪਤਾ ਦੀ ਗੁਹਾਰ ਆ। ਮਨਜੀਤ ਸਿੰਘ ਵੀ ਸਾਡੇ ਨਾਲ ਜੁੜ ਗਏ ਨੇ, ਉਹਨਾਂ ਦਾ ਵੀ ਸਵਾਗਤ ਹੈ, ਉਹਨਾਂ ਦਾ ਵੀ ਕਮੈਂਟ ਤੁਸੀਂ ਦੇਖ ਸਕਦੇ ਜੀ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਸੰਧੂ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਕੈਪਟਨ ਇਕਬਾਲ ਸਿੰਘ। ਅੱਜ ਮੈਂ ਜਾਣਬੁੱਝ ਕੇ 35 ਮਿੰਟ ਲੇਟ ਮਿਲਾਇਆ ਤੁਹਾਡੇ ਨਾਲ, ਕਿਉਂਕਿ ਨਵੇਂ ਸਰੋਤੇ ਜੁੜਨੇ ਚਾਹੀਦੇ, ਲੇਕਿਨ ਸਾਰੇ ਦੇ ਸਾਰੇ ਉਹ ਪੁਰਾਣੇ ਸਰੋਤੇ ਨਹੀਂ ਆ ਜਾਂਦੇ ਜੀ। ਕੱਲ ਦੋ ਤਿੰਨ ਨਵੇਂ ਆਏ ਸੀਗੇ ਅਖੀਰ ਜੇ ਦੇ ਵਿੱਚ, ਕਈ ਵਾਰ ਆ ਜਾਂਦੇ ਆ ਜੀ। 35 ਮਿੰਟ ਮੈਂ ਲੇਟ ਮਿਲਾਇਆ ਜਾਣਬੁੱਝ ਕੇ। ਦੇਖੋ, ਜੱਜਾਂ ਦਾ ਕਸੂਰ ਹੈਗਾ ਵੀ ਤੇ ਨਹੀਂ ਵੀ। ਮੋਗੇ ਅੱਤਵਾਦ ਦੇ ਕੋਸ਼ਿਸ਼ ਜੱਜ ਹੁੰਦਾ, ਕਚਹਿਰੀ 'ਚ ਵਿੱਚ ਬੈਠੇ ਨੂੰ ਮਾਰ ਦਿੱਤਾ। 2-3 ਪੁਲਿਸ ਵਾਲੇ ਹੁੰਦੇ ਸੀ, ਉਹਦਾ ਵਿਚਾਰੇ ਦਾ ਇਹ ਸੀ ਕਿ ਉਹ ਰਿਮਾਂਡ ਦੇ ਦਿੰਦਾ ਸੀ ਬਸ, ਹੋਰ ਉਹਦੇ 'ਚ ਕੋਈ ਨੁਕਸ ਨਹੀਂ ਸੀ। ਉਹਨੇ ਹੁਕਮ ਤਾਂ ਮੰਨਣਾ ਹੀ ਹੁੰਦਾ ਪੁਲਿਸ ਵਾਲਿਆਂ ਦਾ। ਜੱਜ ਜਿਹੜੇ ਤੁਸੀਂ ਦੇਖੋ, ਮੀਡੀਆ ਨੂੰ ਵੀ ਕਹੀ ਜਾਂਦੇ, ਮੀਡੀਆ ਦਾ ਵੀ ਕਸੂਰ ਹੈਗਾ। ਉਹ ਜਿਹੜੀ ਦੱਖਣੀ ਭਾਰਤ ਦੇ, ਹੁਣ ਮੈਂ ਨਾਂ ਭੁੱਲ ਜਾਂਦਾ, ਲੜਕੀ ਸੀ ਵਿਚਾਰੀ, ਇਹ ਬੀਜੇਪੀ ਵਾਲੇ ਗੌਰੀ ਲੰਕੇਸ਼। ਗੌਰੀ ਲੰਕੇਸ਼, ਤੁਸੀਂ ਮੈਨੂੰ ਇਹ ਦੱਸੋ ਵੀ ਉਸ ਵਿਚਾਰੀ ਦਾ ਕੀ ਕਸੂਰ ਸੀ? ਉਹਦੀ ਹਾਂ ਮਾਰੂਗੀ ਐਤਕੀ ਇਹਨਾਂ ਨੂੰ। ਅੱਛਾ, ਉਹਨੂੰ ਕਹਿੰਦੇ ਜੇ ਤੂੰ ਸਹੀ ਖਬਰਾਂ ਦਿੰਦੀ ਤੇ ਫਿਰ ਤੇਰੀ ਮੌਤ ਕਿਉਂ ਹੁੰਦੀ? ਸ਼ਰੇਆਮ ਕਹਿੰਦੇ ਹੈ, ਦੇਖ ਲਓ। ਤੇ ਜੱਜ ਸਾਹਿਬ ਫੈਸਲਾ ਹੋ ਜਾਂਦਾ, ਕਹਿੰਦੇ ਜੀ ਫੈਸਲਾ ਰਾਖਵਾਂ ਰੱਖ ਲਿਆ, ਪਿਛਲੇ ਪਾਸੇ ਬਾਰੀ ਖੋਲ ਲੈਂਦੇ ਆ ਤੇ ਤਾਂ ਵੇਂਦੇ ਹੁੰਦੇ ਵੀ ਕਿੱਥੋਂ ਆਰਡਰ ਮਿਲਦਾ, ਪਿਛਲੇ ਪਾਸੋਂ ਠੀਕ ਠਾਕ ਹੁੰਦਾ ਜਾਂ ਉੱਤੋਂ ਹੁਕਮ ਆਉਂਦਾ। ਕਸੂਰ ਉਹਨਾਂ ਦਾ ਵੀ ਨਹੀਂ, ਕਿਉਂਕਿ ਉਹਨਾਂ ਦੇ ਬੱਚੇ ਵੀ ਸਕੂਲਾਂ 'ਚ ਪੜ੍ਹਦੇ ਆ। ਫੋਨ ਚਲਾ ਗਿਆ, ਜੱਜ ਸਾਹਿਬ ਦੱਸੋ ਤੁਹਾਡੇ ਬੱਚੇ ਫਲਾਣੇ ਸਕੂਲ 'ਚ ਪੜ੍ਹਦੇ, ਕੀ ਕਰੋਗੇ ਹੁਣ? ਸਿਮਰਜੀਤ ਦੀ ਮਾਂ ਨੂੰ ਇੱਕ ਦਿਨ ਕਹਿ ਰਹੇ ਸੀ ਸਿੱਖ ਜੱਜ ਹੋਣਾ ਚਾਹੀਦਾ। ਮੈਂ ਨਾਂ ਨਹੀਂ ਲਊਂਗਾ। ਸਿੱਖ ਜੱਜ ਇੱਥੇ ਆਉਂਦਾ ਸੀ, ਜਦੋਂ ਉੱਥੇ ਕਿਸਾਨ ਬੈਠੇ ਸੀ ਨਾ, ਉਹ ਬਿਲਕੁਲ ਮੋਦੀ ਦੇ ਪਾਸੇ 'ਚ ਬੋਲਦਾ ਸੀ ਪੰਜਾਬ 'ਚੋਂ। ਤੇ ਜਦੋਂ ਉਹ ਜਿੱਤ ਹੋ ਗਈ ਨਾ, ਫਿਰ ਦੂਜੇ ਪਾਸੇ ਹੋ ਗਿਆ। ਜੇ ਤੁਸੀਂ ਕਹੋ ਤਾਂ ਮੈਂ ਦੋਨੋਂ ਡੇਟ ਲਿਖੀ, ਉਹ ਕਿਹੜੇ ਦਿਨ ਉਹ ਕੀ ਬੋਲਿਆ ਤੇ ਤੁਸੀਂ ਕੀ ਕਰ ਲਓਗੇ? ਉਹ ਸਿੱਖ ਜੱਜ ਨੂੰ ਪਤਾ ਹੈ ਵੀ ਜੇ ਮੈਂ ਬਰਖਲਾ ਬੋਲਿਆ ਮੇਰੇ ਵੀ ਫੱਟੇ ਚੱਕਦੇ ਹਨ। ਚਲੋ ਆਪਾਂ ਜੱਜਾਂ ਦੀ ਆਲੋਚਨਾ ਤੇ ਆਪਾਂ ਕਰਦੇ ਆ, ਪਰ ਜੋ ਸਰਕਾਰਾਂ ਕਰ ਰਹੀਆਂ ਉਹਦੇ ਬਾਰੇ ਕੀ ਕਹੋਗੇ? ਹੁਣ ਦੇਖੋ ਨਾ, ਪਹਿਲਵਾਨਾਂ ਨੂੰ ਦਰਵਾਜ਼ਾ ਖੜਖੜਾਉਣਾ ਪਿਆ ਸੁਪਰੀਮ ਕੋਰਟ ਦਾ। ਜਦੋਂ ਸਰਕਾਰ ਨਵੀਂ ਆਈ ਸੀ, ਇਹਨਾਂ ਨੇ ਕਿਹਾ ਪਹਿਲਾਂ ਮੁਸਲਮਾਨਾਂ ਦੇ ਫੱਟੇ ਚੱਕੋ। 8 ਡਿਟੈਂਸ਼ਨ ਸੈਂਟਰ ਇਹਨਾਂ ਉੱਥੇ ਬਣਾ ਤੇ ਅਸਾਮ ਦੇ ਵਿੱਚ, ਮੈਂ ਵੇਖਦਾ ਟੀਵੀ ਦੇ ਉੱਤੇ। ਇਹਨਾਂ ਦਾ ਮਕਸਦ ਸੀ, ਉਹ ਆਏ ਆ ਨਾ ਜਿਹੜੇ ਬੰਗਲਾਦੇਸ਼ ਚੋਂ ਹਿੰਦੂ ਵੀ ਆਏ ਆ, ਮੁਸਲਮਾਨ ਵੀ ਆਏ ਆ, ਦਾਦਾ ਆਇਆ, ਪੋਤਿਆਂ ਵਾਲੇ ਹੋ ਗਏ, ਜਿਹੜੇ ਪੁੱਤ ਉਹਨਾਂ ਦੇ ਆ ਫੌਜ 'ਚ ਭਰਤੀ ਹੋ ਕੇ ਪੈਨਸ਼ਨ ਵੀ ਆ ਗਈ। ਜਦੋਂ ਇਹਨਾਂ ਨੇ ਦੇਖਿਆ ਵੀ ਹੁਣ ਇਹ ਕੰਮ ਚੱਲਣਾ ਨਹੀਂ, ਫਿਰ ਇਹਨਾਂ ਨੇ ਚੁੱਪੀ ਧਾਰ ਲਈ ਅਸਾਮ ਦੇ ਵਿੱਚ ਬੈਠੇ ਹੋਏ। ਮੈਂ ਤਾਂ ਉਹ ਸਾਰੇ ਮੁਸਲਮਾਨ ਦੇਖੇ ਵਿਚਾਰੇ ਆਏ ਤੰਗ ਹੋ ਕੇ ਚੁੱਗੀ ਝੌਂਪੜੀ। ਜਦੋਂ ਉੱਥੋਂ ਦੀ ਪ੍ਰਧਾਨ ਮੰਤਰੀ ਨੇ ਕਿਹਾ ਦਿਓ ਸਾਨੂੰ ਲਿਸਟਾਂ ਕਿਹੜੇ ਆਏ ਆ, ਉਦੋਂ ਮੁੜ ਕੇ ਬੋਲੇ ਨਹੀਂ। ਇਹ ਲਿਸਟਾਂ ਦੇ ਦੇਣਗੇ, ਉਹਨਾਂ ਨੇ ਕਹਿਣਾ ਵੀ ਇੱਥੇ ਤਾਂ ਉਹਨਾਂ ਦੀ ਝੁੱਗੀ ਝੌਂਪੜੀ ਵੀ ਹੈ ਨਹੀਂ, ਅਸੀਂ ਲੈ ਕੇ ਕੀ ਕਰਾਂਗੇ? ਉਦੋਂ ਪੰਗਾ ਇਹਨਾਂ ਨਾਲ ਪੈਣਾ। ਫਿਰ ਇਹਨਾਂ ਨੇ ਚੁੱਪੀ ਧਾਰ ਲਈ ਬਿਲਕੁਲ। ਇਹ ਹੈ ਫਿਰਕਾ ਪ੍ਰਸਤ। ਜੇ ਦੁਬਾਰਾ ਸਰਕਾਰ ਆ ਗਈ ਆ, ਮੈਨੂੰ ਪਤਾ ਵੀ ਇਹਨਾਂ ਨੇ ਕੀ ਕੁਛ ਕਰਨਾ, ਲੇਕਿਨ ਅਸੀਂ ਬੋਲਦੇ ਨਹੀਂ, ਚੁੱਪ ਕਰ ਜਾਂਦੇ ਆ। ਸ਼ੋਰ ਕੋਈ ਵੀ ਇਹਨਾਂ ਤੋਂ ਖੁਸ਼ ਨਹੀਂ ਹੈਗਾ। ਮਿਹਰਬਾਨੀ। ਇਹ ਤੇ ਨਹੀਂ ਕਹਿ ਸਕਦੇ ਕੈਪਟਨ ਇਕਬਾਲ ਸਿੰਘ, ਕੋਈ ਵੀ ਨਹੀਂ ਖੁਸ਼। ਤੇ ਮੈਂ ਤਾਂ ਇਹਨੂੰ ਇਹ ਕਹਿਣਾ ਹੁੰਦਾ ਕਿ ਸਿੱਖ ਡੋਗਰੇ ਹੈਗੇ ਆ, ਆਪਾਂ ਨਹੀਂ, ਚਲੋ ਡੋਗਰੇ ਆਪਾਂ ਆਫਟਰ ਆਲ ਡੋਗਰੇ ਵੀ ਜਿਹੜੇ ਨੇ ਇਨਸਾਨ ਨੇ, ਡੋਗਰੇ ਬਹਾਦਰ ਵੀ ਹੈਗੇ ਆ। ਆਪਾਂ ਉਹਨਾਂ ਬਾਰੇ ਕਿਸੇ ਕੌਮ ਬਾਰੇ ਆਪਾਂ ਇਦਾਂ ਦੀ ਗੱਲ ਕਿਉਂ ਕਰਨੀ ਹੈ? ਮਹਾਰਾਜਾ ਰਣਜੀਤ ਸਿੰਘ ਚਲੋ ਉਦੋਂ ਧੋਖਾ ਕੀਤਾ, ਪਰ ਆਪਾਂ ਹੁਣ ਅੱਜ ਕੱਲ ਕਿਸੇ ਕੌਮ ਨੂੰ ਕਿਉਂ ਆਪਾਂ ਭੰਡਣਾ ਵਾ? ਮਿਹਰਬਾਨੀ ਜੀ, ਥੈਂਕ ਯੂ। ਕ੍ਰਿਸ਼ਨ ਗੁਪਤਾ, ਪਾਲੀ ਗਿੱਦਰਬਾ, ਮਨਜੀਤ ਸਿੰਘ ਦੇ ਕਮੈਂਟ ਵੀ ਤੁਸੀਂ ਫੇਸਬੁੱਕ ਤੇ ਦੇਖ ਸਕਦੇ ਜੇ। ਪਾਲੀ ਗਿੱਦਰਬਾ ਕਹਿ ਰਹੇ ਨੇ ਕੁੜੀਆਂ ਚਿੜੀਆਂ ਨੂੰ ਰੱਖੋ ਪਿੰਜਰਿਆਂ ਵਿੱਚ, ਤਾੜ ਸਰਕਾਰਾਂ ਨੇ ਖੁੱਲੇ ਛੱਡੇ ਸਰਕਾਰੀ ਹੀ ਬਗਿਆੜ। ਪਾਲੀ ਗਿੱਦਰਬਾ ਦਾ ਇਹ ਕਮੈਂਟ ਆ। ਪਰ ਹੁਣ ਟਾਈਮ ਚੇਂਜ ਹੋ ਗਿਆ, ਮੇਰੇ ਖਿਆਲ ਬਰਾਬਰ ਦਾ ਹੱਕ ਆ ਲੜਕੀਆਂ ਦਾ ਵੀ
ਉਹ ਵੀ ਇਸ ਰੋਜ਼ਮਰਾ ਜ਼ਿੰਦਗੀ 'ਚ ਹਿੱਸਾ ਲੈ ਸਕਦੀਆਂ ਵਾ, ਖੇਡਾਂ ਖੇਡ ਸਕਦੀਆਂ ਵਾ, ਉਹ ਵੀ ਅਸਮਾਨ ਨੂੰ ਛੂਹ ਸਕਦੇ ਆ। ਅੱਜ ਕੱਲ੍ਹ ਦੇ ਫੌਜ ਦੇ ਵਿੱਚ ਵੀ ਭਰਤੀ ਹੋ ਰਹੀਆਂ ਲੜਕੀਆਂ, ਸੋ ਇਸ ਕਰਕੇ 에ਅਰ ਫੋਰਸ ਦੇ ਜਹਾਜ਼ ਵੀ ਉਡਾ ਰਹੀਆਂ ਵਾ, ਫਾਈਟਰ ਜੈਟ ਵੀ ਉਡਾ ਰਹੀਆਂ ਵਾ। ਸੋ ਇਸ ਕਰਕੇ ਸਮਾਂ ਬਦਲ ਗਿਆ ਵਾ, ਮੇਰੇ ਖਿਆਲ ਸਾਨੂੰ ਵੀ ਸਮੇਂ ਦੇ ਨਾਲ ਬਦਲਣਾ ਪਵੇਗਾ। ਕ੍ਰਿਸ਼ਨ ਗੁਪਤਾ ਦਾ ਵਿਚਾਰ ਹੈ ਕਿ ਸੁਪਰੀਮ ਕੋਰਟ ਦੇ ਜੱਜਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਆਫਿਸ ਆਫ ਪ੍ਰੋਫਿਟ ਨਹੀਂ ਐਕਸੈਪਟ ਕਰਨਾ ਚਾਹੀਦਾ, ਜਿਵੇਂ ਕਈ ਕਰ ਲੈਂਦੇ ਆ। ਮੀਨਵਾਈਲ ਗੁਰਚਰਨ ਸਿੰਘ ਬਸਿਆਲਾ ਦਾ ਕਮੈਂਟ ਆਇਆ ਵਾ ਕਿ ਨਿਆਂਪਾਲਿਕਾ ਦਾ ਰਾਜਨੀਤਿਕ ਲੋਕਤੰਤਰ ਲਈ ਤਬਾਹਕੁਨ ਹੁੰਦਾ ਹੈ। ਨਿਆਂਪਾਲਿਕਾ ਦਾ ਰਾਜਨੀਤੀਕਰਨ ਲੋਕਤੰਤਰ ਲਈ ਤਬਾਹਕੁਨ ਹੁੰਦਾ ਹੈ। ਲੋਕਤੰਤਰ ਨੂੰ ਬਚਾਉਣ ਵਾਲੇ ਸੰਵਿਧਾਨ ਨੂੰ ਨਿਰਪੱਖ ਨਿਆਂਪਾਲਿਕਾ ਹੀ ਬਚਾ ਸਕਦੀ ਹੈ, ਪਰ ਭਾਰਤ ਦੇ ਰੰਜਨ ਗੋਗੋਈ ਵਰਗੇ ਚੀਫ ਜਸਟਿਸ ਗਲਤ ਪਿਰਤਾਂ ਪਾ ਗਏ ਹਨ। ਇਸ ਲਈ ਨਿਆਂਕਾਰ ਜੱਜਾਂ ਦਾ ਇਖਲਾਕ ਨਿਰਪੱਖ ਅਤੇ ਬਹੁਤ ਉੱਚਾ ਹੋਣਾ ਜ਼ਰੂਰੀ ਹੈ। ਗੁਰਚਰਨ ਸਿੰਘ ਬਸਿਆਲਾ ਦਾ ਕਮੈਂਟ ਬਹੁਤ ਸਹੀ ਕਮੈਂਟ ਹੈ ਉਹਨਾਂ ਦਾ, ਔਰ ਵਾਕਈ ਜਿਵੇਂ ਸਾਡੇ ਪਿਛਲੇ ਕਮੈਂਟੇਟਰ ਨੇ ਵੀ ਕਿਹਾ ਸੀ ਕਿ ਸੁਪਰੀਮ ਕੋਰਟ ਦੇ ਜੱਜਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਕੋਈ ਇਹੋ ਜਿਹੇ ਅਹੁਦੇ ਨਹੀਂ ਲੈਣੇ ਚਾਹੀਦੇ ਜਿੱਥੋਂ ਲੱਗੇ ਕਿ ਉਹਨਾਂ ਦੀਆਂ ਜਿਹੜੀਆਂ ਜੱਜਮੈਂਟ ਸੀ ਉਹ ਸ਼ਾਇਦ ਕਲਰਡ ਸੀ। ਸੋ ਬਹੁਤ ਕਈ ਅੱਛੇ ਕਮੈਂਟ ਵੀ ਸਾਡੇ ਫੇਸਬੁੱਕ ਦੇ ਉੱਪਰ ਆ ਰਹੇ ਆ। ਮੈਂ ਫਿਰ ਦੱਸ ਦੇਵਾਂ ਕਿ ਪਹਿਲਵਾਨਾਂ ਨੂੰ ਲੈ ਕੇ ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਹੁਣ 2 FIRs ਦਿੱਲੀ ਪੁਲਿਸ ਨੇ ਰਜਿਸਟਰ ਕੀਤੀਆਂ ਵਾ। ਆਸ ਕਰਦੇ ਹਾਂ ਕਿ ਸਹੀ ਜਾਂਚ ਹੋਊਗੀ, ਕਿਉਂਕਿ ਜਿਹੜੀ ਲੜਕੀ ਪਹਿਲਵਾਨ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਹਾਲੀ ਵੀ ਇਨਸਾਫ ਦੀ ਆਸ ਦਿੱਲੀ ਪੁਲਿਸ ਤੋਂ ਨਹੀਂ। ਮੀਨਵਾਈਲ ਨਫ਼ਰਤੀ ਭਾਸ਼ਣ ਇੱਕ ਹੋਰ ਸਾਡੀ ਲੋਕਤੰਤਰ ਨੂੰ ਨੁਕਸਾਨ ਪਹੁੰਚਾਉਂਦੇ ਆ, ਔਰ ਉਹਨਾਂ ਉੱਪਰ ਠੱਲ ਪਾਉਣ ਵਾਸਤੇ ਵੀ ਕੱਲ੍ਹ ਸੁਪਰੀਮ ਕੋਰਟ ਨੇ ਹਦਾਇਤਾਂ ਦਿੱਤੀਆਂ ਵਾ। ਸੁਪਰੀਮ ਕੋਰਟ ਨੂੰ ਕਿਉਂ ਇਸ ਤਰ੍ਹਾਂ ਦੀਆਂ ਹਦਾਇਤਾਂ ਦੇਣੀਆਂ ਪੈਂਦੀਆਂ? ਕਿਉਂਕਿ ਸਾਡਾ ਨਾਰਮਲ ਸਿਸਟਮ ਜਿਹੜਾ ਵਾ ਉਹ ਵਰਚੁਅਲੀ ਕਮਜ਼ੋਰ ਹੋ ਚੁੱਕਾ ਵਾ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਹਾਂਜੀ ਮੈਂ ਰਾਜ ਬੋਲ ਰਿਹਾ ਜੀ। ਹਾਂਜੀ ਰਾਜ ਜੀ। ਸੰਧੂ ਸਾਹਿਬ ਜੀ ਦੇਖੋ, ਇਹ ਜਿਹੜਾ ਸ਼ੋਸ਼ਣ ਦਾ ਜਿਹੜਾ ਕੇਸ ਹੈਗਾ ਬੜਾ ਸੀਰੀਅਸ ਹੈਗਾ। ਸਾਡੇ ਇੱਥੇ ਇਸ ਮੁਲਕ ਵਿੱਚ ਇੱਕ ਲੜਕੀ ਨੇ ਵੀ ਇਲਜ਼ਾਮ ਲਾਇਆ ਹੋਇਆ ਕਿਸੇ, ਉਸੇ ਟਾਈਮ ਉਹਨੂੰ ਰਿਜ਼ਾਈਨ ਕਰ ਦਿੰਦਾ, ਉਹਨੂੰ ਕਰਨਾ ਪੈਂਦਾ। ਇੱਥੇ ਜਿਹੜੀਆਂ ਕਿੰਨੀਆਂ ਕੁੜੀਆਂ ਨੇ ਉੱਤੇ ਇਲਜ਼ਾਮ ਲਾਇਆ ਹੈ, ਔਰ ਤੇ ਉਹਦੇ ਉੱਤੇ ਕੋਈ ਸੁਣਵਾਈ ਨਹੀਂ। ਇਹਨਾਂ ਨੂੰ ਕੁੜੀਆਂ ਨੂੰ ਵਿਚਾਰਿਆਂ ਨੂੰ ਧਰਨਾ ਦੇਣ ਪਿਆ। ਵਰਲਡ ਕਲਾਸ ਕੁੜੀਆਂ, ਬਲਕਿ ਵਰਲਡ ਦੇ ਵਿੱਚ ਉਹਨਾਂ ਦੇ ਨਾਮ ਹੈ ਕਿ ਓਲੰਪਿਕ ਮੈਡਲ ਜਿੱਤੇ ਹੈ ਜੀ। ਅਸੀਂ ਉਹਨਾਂ ਦੀ ਕੀ ਰਿਸਪੈਕਟ ਕਰ ਰਹੇ ਹਾਂ? ਮੋਰਲ ਕਿੰਨਾ ਉਹਨਾਂ ਦਾ ਡਾਊਨ ਹੋਏਗਾ ਬੱਚਿਆਂ ਦਾ ਜਿਹੜੇ ਓਲੰਪਿਕ ਜਾਂ ਹੋਰ ਖੇਡਾਂ ਦੇ ਵਿੱਚ ਪਾਰਟਿਸਿਪੇਟ ਕਰਦੇ, ਉਹ ਕੀ ਐਕਸਪੈਕਟ ਕਰ ਸਕਦੇ? ਅਸੀਂ ਇੰਨੀ ਗੋਲਡ ਇੰਨੀ ਐਫਰਟਸ ਕਰਦੇ ਹਾਂ। ਪਰ ਰਾਜ ਬਹੁਤ ਚੰਗੀ ਗੱਲ ਹੋਈ, ਬਹੁਤ ਸਾਰੇ ਖਿਡਾਰੀ ਉਹਨਾਂ ਦੀ ਹਮਾਇਤ ਦੇ ਵਿੱਚ ਉਤਰ ਆਏ ਆ। ਤੁਸੀਂ ਵੇਖਿਆ ਕਿ ਨੀਰਜ ਚੋਪੜਾ ਵਰਗੇ ਖਿਡਾਰੀ ਔਰ ਹਰਭਜਨ ਸਿੰਘ, ਪੁਰਾਣੇ ਖਿਡਾਰੀ ਜਿਹੜੇ ਨੇ, ਨਵਜੋਤ ਸਿੱਧੂ, ਇਹ ਵੀ ਉਹਨਾਂ ਦੀ ਹੈਲਪ ਦੇ ਵਿੱਚ, ਉਹਨਾਂ ਦੇ ਸਪੋਰਟ ਦੇ ਵਿੱਚ ਆਏ ਨੇ ਜੀ। ਬਿਲਕੁਲ। ਇਹਨਾਂ ਨੂੰ ਦੇਖੋ ਜੀ, ਪਹਿਲਾਂ ਤਾਂ ਸ਼ੁਰੂ ਤੋਂ ਹੋਇਆ ਕਿ ਕੋਈ ਪਾਰਟੀ, ਕਿਸੇ ਪਾਰਟੀ ਦੇ ਵਿੱਚ ਕਿਸੇ ਨੇ ਕੋਈ ਗਲਤ ਕੰਮ ਕੀਤਾ, BJP ਜੁਆਇਨ ਕਰ ਲੈ, ਉਹਨੂੰ ਕੁਝ ਨਹੀਂ ਹੋਏਗਾ। ਇਹ ਤਾਂ ਬੰਦਾ ਜਿਹੜਾ ਹੈਗਾ ਸੀ ਇਹਨਾਂ ਦਾ, ਜਿਹਨੂੰ ਹੁਣ ਰਿਜ਼ਾਈਨ ਕਰਨ ਨੂੰ ਸੋਚਿਆ, ਇਹ ਤਾਂ ਹੈ ਹੀ BJP ਦਾ ਬੰਦਾ ਸੀ। ਨਾਲੇ ਇਹਨੂੰ ਕੌਣ ਹਰਾਵਾ? 4-5 ਦਫਾ ਲੋਕ ਸਭਾ ਦੀ ਸੀਟਾਂ ਤੇ ਜਿੱਤ ਚੁੱਕਿਆ ਜੀ। ਬਲਕਿ ਅਗਰ ਤੁਸੀਂ ਇੰਨਾ ਹੀ ਨਹੀਂ ਪਾਵਰਫੁਲ ਹੈਗੇ ਹੋ ਤੇ ਤੁਸੀਂ ਇਹਨਾਂ ਨੂੰ ਮਤਲਬ ਕਿ ਕਿਉਂ ਕੰਟਰੀ ਦਾ ਬਰਬਾਦ ਕਰ ਰਹੇ ਹੋ? ਇਹ ਹਾਲ ਕੰਟਰੀ ਤੇ ਬੜੀ ਖਰਾਬ ਹੋ ਜਾਣੀ ਹੈ। ਜੇ ਸਹੀ ਕਹਿ ਰਹੇ ਫਾਲੋ ਜਿੰਨੇ ਵੀ ਕਹਿ ਰਹੇ ਹੈ ਕਿ ਜੇ ਦੁਬਾਰਾ ਇਹ ਆ ਗਈ ਹੈ ਤੇ ਤੁਸੀਂ ਇਹ ਡਿਕਟੇਟਰਸ਼ਿਪ ਸਮਝੋ ਕਿ ਜੀਵ ਜੁਰੀ ਨਾਲ ਜੇ ਤੁਸੀਂ ਰਹਿਣਾ ਉੱਥੇ ਰਹਿ ਲਓ ਇੰਡੀਆ 'ਚ। ਜੇ ਨਹੀਂ ਜੀਵ ਜੁਰੀ ਕਰੋਗੇ ਤੁਹਾਨੂੰ ਕੱਢ ਕੇ ਬਾਹਰ ਮਾਰਨਗੇ, ਜੇਲ੍ਹਾਂ 'ਚ ਪਾ ਦੇਣਗੇ। ਇਹ ਹਾਲ ਹੋ ਜਾਣੀ ਇੰਡੀਆ ਦੀ। ਇਹ ਮੈਂ ਤੁਹਾਨੂੰ ਹੁਣ ਗਰੰਟੀ ਨਾ ਕਹਿ ਦੇਣਾ। ਪਰ ਜਿੱਥੇ ਨਾਨ BJP ਸਟੇਟਸ ਦੇ ਵਿੱਚ ਦੂਜੀਆਂ ਪਾਰਟੀਆਂ ਵਾ, ਨਾਨ BJP ਪਾਰਟੀਆਂ ਸਟੇਟਾਂ ਦੇ ਵਿੱਚ ਸੱਤਾ 'ਚ ਆ, ਉੱਥੇ ਵੀ ਇਲਜ਼ਾਮ ਲੱਗਦਾ ਪੱਖਪਾਤ ਦਾ ਰਾਜ ਜੀ। ਦੇਖੋ ਮੈਂ ਤੁਹਾਨੂੰ ਛੋਟੀ ਗੱਲ ਦੱਸਾਂ, ਜਿੰਨੀਆਂ ਵੀ ਥੋੜ੍ਹੀਆਂ ਬਹੁਤੀਆਂ ਜਿਹੜੀਆਂ ਹੈਗੀਆਂ, ਸਿਰਫ ਵੈਸਟ ਬੰਗਾਲ ਛੱਡ ਕੇ ਉਹ ਬੜੀ ਸਟਰੋਂਗ ਹੈਗੀ ਹੈ। ਬਾਕੀ ਸਟੇਟਾਂ ਦੇ ਵਿੱਚ ਇਹਨਾਂ ਨੇ ਜਿੱਤ ਗਏ, ਉਸ ਤੋਂ ਬਾਅਦ ਇਹਨਾਂ ਨੇ ਕੋਸ਼ਿਸ਼ ਹੀ ਕਰਨੀ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੇ MLA ਨੂੰ ਖਰੀਦਣਾ ਹੈ, ਕਿਸੇ ਨਾਲ ਬਿਲਕੁਲ ਡਿਸਟਰੋਏ ਕਰ ਦੇਣੀ ਉਹ ਸੀਟਾਂ ਜਿਹੜੀ ਨਾਨ BJP ਹੈਗੀਆਂ। ਇਹ ਗਰੰਟੀ ਹੈਗੀ ਹੈ ਕਿ ਇਹਨਾਂ ਦੀ ਜਿਹੜੀ ਸੋਚ ਹੈਗੀ ਹੈ ਹਿੰਦੂ ਰਾਸ਼ਟਰ ਚਾਹੀਦਾ ਹੈ। ਇਹਨਾਂ ਦੇ ਹਰ ਜਿਹੜੇ ਸਪੋਕਸਮੈਨ ਹੈ ਉਹ ਓਪਨਲੀ ਕਹਿੰਦੇ ਹੈ ਇੱਥੇ ਹਿੰਦੂ ਰਾਸ਼ਟਰ ਅਸੀਂ ਬਣਾਉਣਾ, ਅਸੀਂ ਟੋਟਲੀ ਹਿੰਦੂ ਚਾਹੀਦਾ, ਬਲਕਿ ਮਾਈਨੋਰਿਟੀ ਨੂੰ ਬਿਲਕੁਲ ਖਤਮ ਕਰਨਾ ਚਾਹੁੰਦੇ। ਇਹ ਬਿਲਕੁਲ ਫਿਊਚਰ ਬੜਾ ਬਲੀਕ ਹੈਗਾ ਜੀ। ਮਿਹਰਬਾਨੀ, ਥੈਂਕ ਯੂ। ਮੀਨਵਾਈਲ ਅਮਨ ਸਿੰਘ ਕੰਬੋਜ ਦਾ ਵੀ ਕਮੈਂਟ ਆਇਆ ਵਾ। ਉਹ ਕਹਿ ਰਹੇ ਨੇ ਕਾਂਗਰਸ ਪਲੇਜ਼ ਸੌਫਟ ਹਿੰਦੁਤਵਾ, BJP ਪਲੇਜ਼ ਹਾਰਡ ਹਿੰਦੁਤਵਾ। ਮੀਨਵਾਈਲ ਬਲਵਿੰਦਰ ਸਿੰਘ ਮੰਡਰ ਦਾ ਕਮੈਂਟ ਹੈ ਕਿ ਸਤਿਆਪਾਲ ਮਲਿਕ ਦੇ ਘਰ ਵੀ CBI ਚਲੀ ਗਈ। ਜਿਹੜਾ ਪਾਵਰ 'ਚ ਹੁੰਦਾ ਉਹਦਾ ਹੀ ਜ਼ੋਰ ਹੁੰਦਾ ਵਾ, ਲੋਕਾਂ ਨੂੰ ਬੋਲਣਾ ਬੰਦ ਕਰਵਾਉਣਾ ਚਾਹੁੰਦੇ ਆ। ਮਿਸਕੀ ਗੁਪਤਾ ਕਹਿ ਰਹੇ ਨੇ ਪਦਾਰਥਵਾਦੀ ਯੁੱਗ ਆ। ਪਤਾ ਨਹੀਂ ਕੀ ਇਸ ਕਮੈਂਟ ਨਾਲ ਉਹ ਕਹਿਣਾ ਚਾਹੁੰਦੇ ਨੇ ਮਿਸਕੀ ਗੁਪਤਾ ਜੀ, ਪਦਾਰਥਵਾਦੀ ਯੁੱਗ। ਓਕੇ, ਦੇਖਦੇ ਹਾਂ ਸਾਡੇ ਅਗਲੇ ਕਾਲਰ ਅੱਜ ਵਾਲੇ ਮਸਲੇ ਦੇ ਉੱਪਰ ਕੀ ਕਹਿਣਾ ਚਾਹੁੰਦੇ ਆ। ਹੈਲੋ
ਹੈਲੋ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਦਿਲਜੀਤ ਸੰਧੂ ਜੀ। ਸੰਧੂ ਸਾਹਿਬ, ਮੈਂ ਅੱਜ ਨਾ ਜਾਣਬੁੱਝ ਕੇ ਕਾਲ ਲੇਟ ਮਲਾਈ। ਕੱਲ ਨਾ ਗੱਲ ਚੱਲੀ ਸੀ ਕਿ ਪ੍ਰੋਗਰਾਮ ਦੇ ਵਿੱਚ ਗਿਣੇ ਮਿੱਥੇ ਕੱਲ ਰਹੋ, ਤੇ ਮੈਂ ਕਿਹਾ ਅੱਜ ਨਵੇਂ ਲੰਘ ਜਾਣ ਭਲਾ। ਨਹੀਂ, ਨਵੇਂ ਕਦੀ ਆ ਜਾਂਦੇ ਆ, ਵੈਸੇ ਤੇ ਹਰ ਇਸ ਤਰ੍ਹਾਂ ਦੇ ਪ੍ਰੋਗਰਾਮ ਦੇ ਵਿੱਚ ਨਾਰਮਲੀ ਰੈਗੂਲਰ ਕਾਲਰ ਹੀ ਹੁੰਦੇ ਆ, ਪਰ ਆ ਜਾਂਦੇ ਕਈ ਵਾਰ ਨਵੇਂ ਵੀ। ਹਾਂਜੀ, ਚਲੋ ਮੈਂ ਆਵਾਂ ਜੀ ਮੁੱਦੇ ਤੇ। ਅੱਜ ਤਾਂ ਮੈਨੂੰ 1 ਮਿੰਟ ਵੱਧ ਦੇ ਦਿਓ ਜੀ, ਪ੍ਰੋਗਰਾਮ ਦੀ ਸਮਾਪਤੀ ਵੱਲ ਵਧਣ ਦਿਆ। ਕਿ ਅਸੀਂ ਸਾਡੇ ਮਾਈਂਡ ਦੇ ਵਿੱਚ ਜਿੰਨਾ ਚਿਰ ਅਸੀਂ ਲੇਡੀਜ਼ ਨੂੰ ਆਪਦੇ ਬਰਾਬਰ ਦਾ ਜਾਂ ਬਾਬੇ ਨਾਨਕ ਵਾਲੀ ਗੱਲ ਨਾ ਸਮਝਾਂਗੇ, ਸੋਕੋ ਮੰਦਾ ਕਿ ਜਿੱਤ ਜੰਮੇ ਰਾ ਜਾਣ, ਜਾਂ ਆਪਣੀਆਂ ਧੀਆਂ ਭੈਣਾਂ ਪਰਾਈਆਂ ਨੂੰ ਆਪਦੀਆਂ ਮਾਵਾਂ ਭੈਣਾਂ ਨਾ ਜਾਣਾਂਗੇ, ਉਹਨਾਂ ਚਿਰ ਗੱਲ ਨਹੀਂ ਬਣਨੀ ਜੀ। ਇਹ ਜਿਨਸੀ ਸ਼ੋਸ਼ਣ ਦੇ ਦਾਗ ਜਾਂ ਧੱਬੇ ਲੱਗਦੇ ਰਹਿਣੇ, ਇਕੱਲੇ ਨਹੀਂ ਵੀ ਬੀਜੇਪੀ ਆ ਜਾਂ ਸਰਕਾਰ ਆ ਜਾਂਦੇ ਲੱਗਣੇ ਆ, ਦੂਜੇ ਤੇ ਵੀ ਲੱਗਦੇ ਆ। ਤੇ ਰਹੀ ਗੱਲ ਸਾਡੇ ਸਿਸਟਮ ਦੀ ਵੀ ਕਿਉਂ ਸੁਪਰੀਮ ਕੋਰਟ ਨੂੰ ਦਖਲ ਦੇਣਾ ਪੈਂਦਾ ਬਾਰ-ਬਾਰ, ਜਾਂ ਕਿਉਂ ਲੋਕ ਸੁਪਰੀਮ ਕੋਰਟਾਂ ਵੱਲ ਭੱਜਦੇ ਆ, ਕਾਰਨ ਇਹ ਵਜ ਲੱਗਦਾ ਵੀ ਇੱਥੇ ਨਿਆਂ ਦੇ ਪੈਮਾਨੇ ਦੋ ਨੇ। ਇੱਕ ਮਾੜੇ ਵਾਸਤੇ ਨਿਆਂ ਹੋ ਰਿਹਾ, ਤਗੜੇ ਵਾਸਤੇ ਹੋ ਰਿਹਾ। ਇਹੋ ਹੀ ਜੇ ਕਿਤੇ ਬਲੇਮ ਕਿਸੇ ਆਮ ਬੰਦੇ ਦੇ ਉੱਤੇ ਲੱਗਾ ਹੁੰਦਾ ਨਾ ਵੀ ਜਿਨਸੀ ਸ਼ੋਸ਼ਣ ਦਾ, ਤੇ ਹੁਣ ਉਹਨੂੰ ਉਹਨਾਂ ਪੁੱਠਾ ਟੰਗ ਦੇਣਾ ਸੀ। ਹੁਣ ਲੱਗ ਗਿਆ ਇਹ ਵੱਡੇ ਪਹੁੰਚ ਵਾਲਿਆਂ ਤੇ, ਹੁਣ ਉਹਨਾਂ ਨੂੰ ਧਰਨਾ ਦੇਣਾ ਪੈ ਗਿਆ। ਮੈਂ ਉਹਦੇ 2-3 ਉਦਾਹਰਨਾਂ ਦੇਣਾ ਸਾਡੇ ਦੇਸ਼ ਦੀਆਂ। ਇੱਕ ITBP ਦੇ ਵਿੱਚ ਪੰਜਾਬ ਤੋਂ ਬਿਲੋਂਗ ਕਰਦੀ ਲੇਡੀ ਸੀ, ਮੇਰੇ ਖਿਆਲ ਜਾਣ ਦਾ ਤਾਂ ਨਾਂ ਕਿਰਨਦੀਪ ਕੌਰ ਸੀ ਜਾਂ ਕਿਰਨਵੀਰ ਕੌਰ ਸੀ। ਉੱਥੇ ਜਿਨਸੀ ਸ਼ੋਸ਼ਣ ਉਹਦਾ ITBP ਦੇ ਵਿੱਚ ਹੀ ਹੋ ਗਿਆ, ਉਹਦੇ ਜੂਨੀਅਰ ਨੇ ਕੀਤਾ। ਉਹਨੇ ਬਲੇਮ ਕੀਤਾ ਆਪਦੀ ਉੱਚ ਅਥਾਰਟੀ ਨੂੰ, ਤੇ ਜਿਹੜਾ ਬੰਦਾ ਉੱਥੇ ਜਾ ਕੇ ਇਨਵੈਸਟੀਗੇਸ਼ਨ ਕਰਨ ਗਿਆ ਉਹ ਉਹਨੂੰ ਸਾਫ਼ ਬਰੀ ਕਰ ਆਇਆ, ਜਿਹੜਾ ਜਿਹਤੇ ਇਲਜ਼ਾਮ ਲੱਗਾ ਸੀ ਵੀ ਨਹੀਂ ਇਹ ਤਾਂ ਗੱਲ ਇਹ ਬੀਬੀ ਝੂਠੀ ਆ। ਤੇ ਜਿੱਥੇ ਹੋਰ ਆਪਾਂ ਪੰਜਾਬ ਵੱਲ ਆ ਜੋ ਦੂਜਾ ਖਾੜਕੂਵਾਦ ਵੇਲੇ ਇੱਥੇ ਕੀ ਬਣਿਆ ਸੀ, ਬੀਬਾ ਰੂਪਨ ਦਿਓਲ ਬਜਾਜ ਵਾਲਾ, ਤੇ ਉਹਦੇ ਵਕੀਲ ਨੇ ਅੱਗੋਂ KPS ਗਿੱਲ ਦੇ ਨੇ ਫਿਰ ਅਦਾਲਤ ਦੇ ਵਿੱਚ ਉਦਾਹਰਨ ਦੇ ਦਿੱਤੀ ਵੀ ਨਹੀਂ ਜੀ ਜੇ ਇਹਨਾਂ ਦੇ ਖਿਲਾਫ FIR ਲਾਜ ਕਰਾਂਗੇ ਤੇ ਜਿਹੜੀਆਂ ਹੈਗੀਆਂ ਨੇ ਮਤਲਬ ਪੁਲਿਸ ਦਾ ਮਨੋਬਲ ਡੇਪੂਗਾ। ਉੱਥੇ ਜੱਜ ਦਾ ਫਰਜ਼ ਨਹੀਂ ਬਣਦਾ ਵੀ ਉਹਨੂੰ ਸਟੈਂਡ ਅਪ ਕਰਦਾ ਵਕੀਲ ਨੂੰ ਵੀ ਕਿੱਦਾਂ ਦੀ ਤੇਰੀ ਉਦਾਹਰਨ ਆ, ਵੀ ਕਿੱਦਾਂ ਦੀ ਤੇਰੀ ਦਲੀਲ ਆ ਵੀ ਜਿੱਥੇ ਜਿਨਸੀ ਸ਼ੋਸ਼ਣ ਵਾਸਤੇ ਹੀ ਮਤਲਬ ਮਨੋਬਲ ਬਣਾਉਣ ਵਾਸਤੇ ਜਿਨਸੀ ਸ਼ੋਸ਼ਣ ਹੁੰਦੀਆਂ ਉਦਾਹਰਨਾਂ ਦਿੱਤੀਆਂ ਜਾਣ, ਕਾਹਦਾ ਨਿਆਂ ਮਿਲੂਗਾ ਜੀ ਉੱਥੇ? ਇਹ ਗੱਲ ਸਾਡੇ ਸਿਸਟਮ ਦੇ ਵਿੱਚ ਖਰਾਬੀ ਹੋਰ ਮਰ ਰਹੇਗੀ। ਤੁਹਾਨੂੰ ਸੁਪਰੀਮ ਕੋਰਟ ਨੇ ਕੇਸ ਦਰਜ ਕਰਵਾਤਾ ਦਖਲ ਦੇ ਕੇ, ਔਰ ਹੁਣ ਸੁਪਰੀਮ ਕੋਰਟ ਦਾ ਜੱਜ ਇਨਵੈਸਟੀਗੇਸ਼ਨ ਕਰਨ ਤਾਂ ਨਹੀਂ ਆਊਗਾ, ਉਹ ਥੱਲੇ ਫਿਰ ਇਨਵੈਸਟੀਗੇਸ਼ਨ ਅਫਸਰਾਂ ਨੂੰ ਆਖੂਗਾ, ਤੇ ਇਨਵੈਸਟੀਗੇਸ਼ਨ ਫਿਰ ਜਿਹੜੇ ਉਹ ਪਾਵਰਫੁਲ ਕੋਲ ਚੱਲ ਜਾਣੀ, ਉਹਨਾਂ ਬੰਦੇ ਨੂੰ ਸਾਫ਼ ਬਰੀ ਕਰ ਦੇਣਾ। ਇਸੇ ਕਰਕੇ ਪਹਿਲਵਾਨ ਕਹਿ ਰਹੇ ਨੇ ਸਾਨੂੰ ਪੁਲਿਸ ਦੇ ਉੱਤੇ ਵਿਸ਼ਵਾਸ ਨਹੀਂ FIR ਹੋ ਕੇ ਫਿਰ ਉਹਦੇ ਵੀ ਸਾਨੂੰ ਵਿਸ਼ਵਾਸ ਨਹੀਂ ਵੀ ਜਿਹੜਾ ਅਫਸਰ ਜਾਊਗਾ ਉਹਨੇ ਸਾਫ਼ ਬਰੀ ਕਰ ਦੇਣਾ। ਮੈਂ ਤੁਹਾਨੂੰ ਇੱਕ ਅੱਧਾ ਮਿੰਟ ਲੈਣਾ, ਮੈਂ ਆਪਦੇ ਨਾਲ ITBP ਗੱਲ ਕਰਦਾ। ਸਾਡੇ ਜ਼ਿਲ੍ਹੇ ਦੇ ਵਿੱਚ ਸਾਡੇ ਕਿਤੇ ਕੋਈ ਬਖੇੜਾ ਖੜਾ ਹੋ ਗਿਆ, ਮੰਨ ਲਓ ਕੋਈ ਇੱਥੇ ਆਪਦੇ ਪਰਿਵਾਰ ਦੇ ਵਿੱਚ ਜਾਂ ਪਿੰਡ ਦੇ ਵਿੱਚ, ਅਸੀਂ ਸਾਡੇ ਜ਼ਿਲ੍ਹੇ ਦੇ DC ਕੋਲ ਚੱਲ ਜੇ, ਮੈਂ ਨਾਂ ਨਹੀਂ ਲੈਂਦਾ ਜੀ, ਤਰਨਤਾਰਨ ਜ਼ਿਲ੍ਹੇ 'ਚ ਲੱਗੇ ਸੀ, ਹੁਣ ਵੀ ਉਹ ਪੰਜਾਬ ਦੇ ਵਿੱਚ ਤਾਇਨਾਤ ਨੇ। ਮੈਂ ਹੀ ਉਹਨਾਂ ਨੂੰ ਜਾ ਕੇ ਮੈਮੋਰੰਡਮ ਦੇਤਾ ਜਾਂ ਮੰਗ ਪੱਤਰ ਦੇਤਾ, ਮੰਗ ਪੱਤਰ ਲੈ ਲਿਆ ਉਹਨਾਂ ਨੇ। ਅਸੀਂ ਉਹਨਾਂ ਨੂੰ ਸਮਝਾਇਆ ਵੀ ਆਹ ਯਾਰ ਗੱਲ ਹੈ ਜੀ, ਸਾਡੇ ਨਾਲ ਧੱਕੇਸ਼ਾਹੀ ਹੋ ਰਹੀ ਆ, ਦੂਜੀ ਜਿਹੜੀ ਤੇਰੇ ਆ ਉਹ ਪਾਵਰ 'ਚ ਆ। ਉਹ DC ਸਾਹਿਬ ਵੇਖ ਲਓ ਕਿੱਡੇ ਉੱਚੇ ਹੁੰਦੇ ਅਫਸਰ, IAS ਅਫਸਰ ਹੁੰਦੇ, ਉਹਨਾਂ ਸਾਨੂੰ ਇਹ ਉਦਾਹਰਨ ਦਿੱਤੀ ਆਉਂਦੇ ਵੀ ਠੀਕ ਆ ਤੁਸੀਂ ਸੱਚੇ ਹੋ। ਮੈਨੂੰ ਵੈਸੇ ਪਤਾ ਤੁਹਾਡੇ ਆਉਣ ਤੋਂ ਪਹਿਲਾਂ ਮੈਂ ਤੁਹਾਡੀ ਰਿਪੋਰਟ ਪੜ੍ਹ ਲਈ ਸੀ ਜਾਂ ਤੁਹਾਡੀ ਰਿਪੋਰਟ ਮੰਗਾ ਲਈ ਸੀ ਵੀ ਤੁਹਾਡਾ ਪੱਖ ਸੱਚਾ ਹੈ, ਪਰ ਮੈਂ ਕਰਾਂ ਕੀ? ਮੈਂ ਉੱਥੇ ਜਾ ਕੇ ਇਨਵੈਸਟੀਗੇਸ਼ਨ ਕਰਨ ਜੋਗਾ ਨਹੀਂ। ਮੈਂ ਇੱਥੇ ਆ ਇਨਵੈਸਟੀਗੇਸ਼ਨ ਮੈਂ ਮਾਰਕ ਕਰ ਦੇਣਾ, ਜਿਹਨੂੰ ਮੈਂ ਮਾਰਕ ਕਰਤੀ ਉਹਨੇ ਤੁਹਾਡੇ ਪੱਖ 'ਚ ਨਹੀਂ ਦੇਣੀ, ਦੂਜੇ ਪੱਖ 'ਚ ਦੇ ਦੇਣੀ। ਫਿਰ ਕੀ ਕਰੋਗੇ? ਨਹੀਂ, ਇਹ ਤੇ ਕਮਜ਼ੋਰੀ ਆ ਉਹਨਾਂ ਦੀ, ਇਹ ਤੇ ਕਮਜ਼ੋਰੀ ਆ। DC ਚਾਹਵੇ ਤੇ ਮੋਨੀਟਰ ਵੀ ਕਰ ਸਕਦਾ ਇਨਵੈਸਟੀਗੇਸ਼ਨ ਨੂੰ। ਹਾਂ, ਪਰ ਕੀ ਕਰੇ ਬੰਦਾ ਜਦੋਂ ਗੱਲ ਉੱਥੇ ਆ ਜਾਂਦੀ, ਥੱਲੇ ਇਨਵੈਸਟੀਗੇਟਰ ਜਿਹੜਾ ਨਾ ਉਹਨੇ ਆਣ ਕੇ ਉਹਨੂੰ ਪਾਵਰਫੁਲ ਦੇ ਹੱਥ ਹੀ ਭੁਗਤ ਜਾਣਾ, ਭਾਵੇਂ ਅੱਜ ਪਰਚਾ ਦਰਜ ਹੋ ਗਿਆ। ਇੱਥੇ ਨਿਆਂ ਦੇ ਪੈਮਾਨੇ ਦੋ ਨੇ, ਜਿੱਥੇ ਨਿਆਂ ਦਾ ਪੈਮਾਨਾ ਇੱਕ ਨਹੀਂਗਾ ਉੱਥੇ ਗੱਲ। ਦੇਖੋ ਦਿਲਜੀਤ ਸੰਧੂ ਜੀ, ਮੈਂ ਵੀ ਅਖਬਾਰਾਂ ਦਾ ਐਡੀਟਰ ਰਿਹਾ ਵਾਂ, ਔਰ ਜ਼ਿੰਮੇਵਾਰੀ ਐਡੀਟਰ ਦੀ ਹੁੰਦੀ ਆ, ਔਰ ਮੈਂ ਕਦੀ ਨਹੀਂ ਸੀ ਕਹਿ ਸਕਦਾ ਕਿ ਇਹ ਰਿਪੋਰਟਰ ਨੇ ਛਾਪਤਾ ਜੀ ਅਸੀਂ ਕੀ ਕਰੀਏ। ਆਫਟਰ ਆਲ ਐਡੀਟਰ ਜਿਹੜਾ ਵਾ ਉਹ ਰਿਪੋਰਟਰ ਨੂੰ ਤਾੜ ਵੀ ਸਕਦਾ ਸੀ, ਰਿਪੋਰਟ ਨੂੰ ਸਹੀ ਐਡਿਟ ਵੀ ਕਰਵਾ ਸਕਦਾ ਸੀ। ਸੋ ਜ਼ਿੰਮੇਵਾਰੀ ਤਾਂ ਉੱਥੇ ਅਫਸਰਾਂ ਦੀ ਹੀ ਹੁੰਦੀ ਆ। ਮਿਹਰਬਾਨੀ, ਤੁਸੀਂ ਉਦਾਹਰਨ ਦੇ ਕੇ ਗੱਲ ਸਾਂਝੀ ਕੀਤੀ, ਮਿਹਰਬਾਨੀ। ਮੀਨਵਾਈਲ ਬਲਵੰਤ ਸਿੰਘ ਬੰਤ ਦਾ ਕਮੈਂਟ ਆਇਆ ਵਾ ਕਿ ਪਹਿਲਾਂ ਵੀ ਇੱਕ ਜੱਜ ਨੂੰ ਪਾਗਲ ਕਰਾਰ ਦੇ ਦਿੱਤਾ ਸੀ, ਜੁਡੀਸ਼ਰੀ ਨੂੰ ਡਰ ਥੱਲੇ ਰੱਖਿਆ ਹੋਇਆ ਵਾ, ਕਿਸੇ ਜੱਜ ਦੀ ਹਿੰਮਤ ਕੀਤੀ ਹੈ ਉਹ ਵਧਾਈ ਦੇ ਪਾਤਰ ਹੈ। ਵਾਕਈ ਜੀ, ਅਸੀਂ ਆਸ ਕਰਦੇ ਹਾਂ ਕਿ ਨਾਰਮਲੀ ਸਾਰੇ ਡੈਮੋਕ੍ਰੈਟਿਕ ਸਿਸਟਮ, ਭਾਵੇਂ ਉਹ ਜੁਡੀਸ਼ਰੀ ਆ, ਭਾਵੇਂ ਉਹ ਪਾਰਲੀਮੈਂਟ ਆ, ਭਾਵੇਂ ਉਹ ਐਗਜ਼ੈਕਟਿਵ ਆ, ਭਾਵੇਂ ਮੀਡੀਆ ਵਾ, ਇਹ ਸਾਰੇ ਆਪਣਾ ਆਪਣਾ ਕੰਮ ਜ਼ਰੂਰ ਕਰਨਗੇ। ਲੇਕਿਨ ਸਾਨੂੰ ਆਸ ਜੁਡੀਸ਼ਰੀ ਦੇ ਉੱਪਰ ਵੀ ਹਮੇਸ਼ਾ ਬਣੀ ਰਹਿਣੀ ਆ, ਔਰ ਅਸੀਂ ਆਸ ਕਰਦੇ ਹਾਂ ਕਿ ਜੁਡੀਸ਼ਰੀ ਜਿੱਥੇ ਦਖਲ ਦੇਣ ਦੀ ਲੋੜ ਹੈ ਉੱਥੇ ਜ਼ਰੂਰ ਸਹੀ ਦਖਲ ਦੇਊਗਾ, ਜਿਵੇਂ ਆ 2-3 ਮਸਲਿਆਂ ਦੇ ਵਿੱਚ ਹੁਣ ਉਹਨਾਂ ਨੇ ਦਿੱਤਾ ਵਾ। ਲਾਸਟ ਕਾਲ ਲੈ ਕੇ ਮੈਂ ਪ੍ਰੋਗਰਾਮ ਦੀ ਸਮਾਪਤੀ ਕਰੂੰਗਾ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਸਰ, ਰਿੰਕੂ ਦਾ ਬੋਲ। ਹਾਂਜੀ ਰਿੰਕੂ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਰ, ਮੈਂ ਜ਼ਿਆਦਾ ਟਾਈਮ ਲੈਣਾ ਆਏ ਨਾ, ਪ੍ਰੋਗਰਾਮ ਆਲਰੇਡੀ ਫਿਨਿਸ਼ ਆ। ਸੋ ਜਿਹੜਾ
ਅੱਜ ਜਿੰਨੇ ਵੀ ਸਪੋਰਟਸਮੈਨ ਆ ਸਾਡੇ ਇੰਡੀਆ ਦੇ ਉਹ ਸਾਰੇ ਅੱਜ ਧਰਨੇ ਤੇ ਬੈਠੇ ਹੋਏ ਆ। ਜੇ ਆਪਾਂ ਦੇਖਿਆ ਜਾਵੇ ਸਰ 70 ਸਾਲ ਤੋਂ ਪਿੱਛੇ ਜਿਹੜੀ ਗਵਰਨਮੈਂਟ ਰਹੀ ਆ, ਜੇ ਆਪਾਂ ਬੀਜੇਪੀ ਨੂੰ ਭੰਡੀ ਜਾਈਏ, ਦੇਖੋ ਇਹ ਪੂਰੀ ਤਹਿ ਤੱਕ ਜਾਣਾ ਪੈਣਾ। 70 ਸਾਲਾਂ ਦੇਖੋ ਇੱਕ ਕੌਰ ਸਿੰਘ ਆਪਣੇ ਮੁੱਕੇਬਾਜ਼ ਹੋਏ ਆ ਜਿਨ੍ਹਾਂ ਦਾ ਦੇਹਾਂਤ ਹੋ ਗਿਆ। ਸੋ ਉਹਨਾਂ ਦੇ ਪਰਿਵਾਰਾਂ ਨੂੰ ਅੱਜ ਤੱਕ ਜਿੰਨੇ ਵੀ ਆਪਣੇ ਪਲੇਅਰ ਖੇਡ ਕੇ ਗਏ ਆ ਇੰਡੀਆ ਲੈਵਲ ਤੇ ਖੇਡੇ ਆ, ਮੰਨ ਲਓ ਸਰ, ਉਹਨਾਂ ਦੇ ਪਰਿਵਾਰਾਂ ਨੂੰ ਸਾਡੀ ਗਵਰਨਮੈਂਟਾਂ ਨੇ ਦਿੱਤਾ ਕੀ ਆ? ਉਹਨਾਂ ਤੋਂ ਤਾਂ ਰੋਟੀ ਖਾਣ ਨੂੰ ਹੈ ਨਹੀਂ। ਤਾਂ ਤੁਸੀਂ ਕੀ ਭਾਲਦੇ ਆ ਸਰ? ਤੁਸੀਂ ਕਹਿੰਦੇ ਵੀ ਸਾਡੇ ਦੇਸ਼ ਲਈ ਗਵਰਨਮੈਂਟ ਸਾਡੀ ਮੈਡਲ ਲੈ ਕੇ ਆਓ, ਗਵਰਨਮੈਂਟ ਹੈ ਨਹੀਂ ਜਦੋਂ ਉਹਨਾਂ ਦੇ ਪਰਿਵਾਰਾਂ ਦੀ ਸਪੋਰਟ ਕਰਦੀ ਹੈ। ਪ੍ਰਤਾਪ ਸਿੰਘ ਕੈਰੋਂ ਨੇ ਪਲੇਅਰਾਂ ਨੂੰ ਬਹੁਤ ਚੁੱਕਿਆ ਸੀ, ਬਹੁਤ ਉੱਚੇ ਅਹੁਦਿਆਂ ਤੇ ਲਾਇਆ ਸੀ। ਕਈ ਸਰਕਾਰਾਂ ਬਹੁਤ ਚੰਗਾ ਕੰਮ ਕਰ ਰਹੀਆਂ। ਉੜੀਸਾ ਸਰਕਾਰ, ਹਰਿਆਣਾ ਸਰਕਾਰ ਪਲੇਅਰਾਂ ਨੂੰ ਉੱਤੇ ਚੁੱਕਣ ਵਾਸਤੇ ਬਹੁਤ ਅੱਛਾ ਕੰਮ ਕਰ ਰਹੀ ਹੈ। ਹਾਲਾਂਕਿ ਉੱਥੇ ਵੀ ਇੱਕ ਉਹਨਾਂ ਦੇ ਮੰਤਰੀ ਦੇ ਉੱਤੇ, ਸਾਬਕਾ ਪਲੇਅਰ ਦੇ ਉੱਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲੱਗੇ ਆ, ਲੇਕਿਨ ਕਈ ਸਰਕਾਰਾਂ ਚੰਗਾ ਕੰਮ ਵੀ ਕਰ ਰਹੀਆਂ। ਹਾਂਜੀ ਸਰ, ਦੂਜੀ ਗੱਲ ਮੈਂ ਜ਼ਿਆਦਾ ਟਾਈਮ ਲੈਣਾ, ਔਰ ਜਿਹੜੇ ਪਲੇਅਰ ਜਿਹੜੇ ਹੁੰਦੇ, ਮੰਨ ਲਓ ਸਰਕਾਰਾਂ ਗਵਰਨਮੈਂਟ ਕਿਸੇ ਵੀ ਪਾਰਟੀ ਦੇ ਵਿੱਚ ਚੱਲ ਜਾਂਦੇ ਆ, ਮੰਨ ਲਓ ਰਾਈਟ, ਉਹ ਪਲੇਅਰ ਜਾ ਕੇ ਆਵਾਜ਼ ਕਿਉਂ ਨਹੀਂ ਚੱਕਦੇ? ਕਿਉਂਕਿ ਉਹ ਆਪਣੇ ਥਾਂ ਤੇ ਚੱਲ ਜਾਂਦੇ, ਉਹਨਾਂ ਨੂੰ ਪੈਸਾ ਮਿਲ ਜਾਂਦਾ, ਸਾਰਾ ਪਾਵਰ ਮਿਲ ਜਾਂਦੀ ਆ। ਔਰ ਜਿਹੜੇ ਪਲੇਅਰ ਸਾਡੇ ਦੇਖੋ, ਜਿਹਨਾਂ ਨੇ ਦੇਸ਼ ਲਈ ਕੰਮ, ਜਿਹਨਾਂ ਨੇ ਦੇਸ਼ ਲਈ ਮੈਡਲ ਜਿੱਤੇ ਹੋ ਆ, ਉਹਨਾਂ ਦੇ ਘਰ ਦਾਣਾ ਰੋਟੀ ਨਹੀਂ। ਜਿਹੜੇ ਮੁਫਤ ਦੇ ਲੀਡਰ ਬਣੇ ਹੋਏ ਆ, ਉਹਨਾਂ ਤੋਂ 30-30, 40-40 ਕਰੋੜ ਦੀਆਂ ਕੋਠੀਆਂ। ਸ਼ੇਮ ਔਨ ਜਿਹੜੀ ਸਾਡੀ ਡੈਮੋਕ੍ਰੇਸੀ ਦੇ ਸ਼ੇਮ ਕਰਦਾ ਜੀ। ਥੈਂਕ ਯੂ, ਬਹੁਤ ਮਿਹਰਬਾਨੀ, ਥੈਂਕ ਯੂ। ਜਸਵਿੰਦਰ ਚਾਲ, ਕ੍ਰਿਸ਼ਨ ਗੁਪਤਾ ਹੁਣਾਂ ਦੇ ਵੀ ਤੁਸੀਂ ਕਮੈਂਟ ਫੇਸਬੁੱਕ ਤੇ ਦੇਖ ਸਕਦੇ ਜੇ। ਪਰ ਹੁਣ ਸਮਾਂ ਖਤਮ ਹੋ ਰਿਹਾ ਵਾ, ਮੈਂ ਪ੍ਰੋਗਰਾਮ ਖਤਮ ਕਰਨ ਦੀ ਇਜਾਜ਼ਤ ਲੈ ਰਿਹਾ ਵਾਂ। ਵੀਕਐਂਡ ਇੰਜੋਏ ਕਰੋ, ਪਰਿਵਾਰਾਂ ਨਾਲ ਸੈਰ ਸਪਾਟੇ ਤੇ ਵੀ ਜਾਓ, ਪਰ ਸੇਫ ਰਹੋ। ਔਰ ਫਿਰ ਅਗਲੇ ਹਫਤੇ ਆਪਾਂ ਫਿਰ ਮਿਲਾਂਗੇ ਔਰ ਇੰਪੋਰਟੈਂਟ ਮਸਲਿਆਂ ਤੇ ਵਿਚਾਰ ਚਰਚਾ ਕਰਾਂਗੇ। ਅੱਜ ਵਾਸਤੇ ਇੰਨਾ ਹੀ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼।